ਸਤਨਾਮ ਵਾਹਿਗੁਰੂ। ਇਸ ਪੌੜੀ ਦੇ ਨਾਲ ਗੁਰੂ ਅਰਜੁਨ ਦੇ ਪਿਤਾ ਜੀ ਦੇ ਉਚਾਰਨ ਕੀਤੇ ਹੋਏ 2 ਸ਼ਲੋਕਾਂ ਦੀ ਵਿਚਾਰ ਆਪਾਂ ਸਰਵਨ ਕਰ ਚੁੱਕੇ ਹਾਂ। ਜਿਹਦੇ ਅੰਦਰ ਸੱਚੇ ਨਾਮ ਦੀ ਭੁੱਖ ਲੱਗ ਜਾਂਦੀ ਹੈ, ਉਹ ਲੋਕ ਲਾਜ ਤੋਂ ਉੱਪਰ ਉੱਠ ਕੇ ਸਤਿਗੁਰੂ ਦੇ ਦਰ ਤੇ ਆ ਕੇ ਝੋਲੀ ਅੱਡ ਕੇ ਨਾਮ ਦੀ ਦਾਤ, ਗੁਰਮਤ ਦੀ ਦਾਤ ਮੰਗਦਾ ਹੈ। ਤੇ ਜਿਹੜਾ ਗੁਰੂ ਦੇ ਦਰ ਤੇ ਆ ਕੇ ਜਾਚਨਾ ਕਰਦਾ ਹੈ, ਉਹ ਗੁਰੂ ਘਰ ਦਾ ਜਾਚਕ ਬਣ ਜਾਂਦਾ ਹੈ। ਉਹ ਗੁਰੂ ਘਰ ਦਾ ਮੰਗਤਾ ਆਪਣੇ ਆਪ ਨੂੰ ਸਮਝਣ ਲੱਗ ਪੈਂਦਾ ਹੈ। ਅੱਜ ਦੀ ਇਸ ਪੌੜੀ ਰਾਹੀਂ ਸਤਿਗੁਰੂ ਗੁਰਦੇਵ ਪਿਤਾ ਜੀ ਫਰਮਾ ਰਹੇ ਨੇ, ਜੇ ਇਹਦੇ ਉਲਟ ਕੋਈ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ। ਪੌੜੀ ਦੀ ਆਰੰਭ ਵਾਲੀ ਜਿਹੜੀ ਪੰਕਤੀ ਹੈ, ਜੇ ਵੇਹੇ ਕਰਮ ਕਮਾਵੰਦਾ ਤੇ ਵੇਹੇ ਫਲ ਤੇ। ਚੇਤੇ ਰੱਖਣਾ, ਉੱਪਰੋਂ ਭਾਵੇਂ ਪਹਿਰਾਵਾ ਕਿਸੇ ਨੇ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਜਿਹੜਾ ਕਿ ਕਿਉਂ ਨਾ ਪਹਿਨ ਕੇ ਰੱਖਿਆ ਹੋਵੇ, ਪਰ ਜੇ ਅੰਦਰ ਉਹਦੇ ਚੰਗੇ ਕਰਮ ਨਹੀਂ, ਬਾਹਰੋਂ ਜਿਹੜਾ ਭੇਖ ਹੈ ਪਹਿਰਾਵਾ ਕੇ ਇਹ ਜੀਵਨ ਨੂੰ ਸਵਾਰ ਨਹੀਂ ਸਕੇਗਾ। ਇਸੇ ਵਾਸਤੇ ਮੇਰੇ ਸਤਿਗੁਰਾਂ ਨੇ, ਭਾਵੇਂ ਕੋਈ ਜੋਗੀ ਸੀ, ਭਾਵੇਂ ਕੋਈ ਬ੍ਰਾਹਮਣ ਸੀ, ਭਾਵੇਂ ਕੋਈ ਕਾਜੀ ਸੀ, ਭਾਵੇਂ ਕਿਸੇ ਹੋਰ ਧਰਮ ਨਾਲ ਕੋਈ ਸੰਬੰਧਿਤ ਸੀ, ਤੇ ਮੇਰੀ ਬੇਨਤੀ ਧਿਆਨ ਨਾਲ ਸਰਵਨ ਕਰਨਾ, ਭਾਵੇਂ ਅਸੀਂ ਵੀ ਕਿਉਂ ਨਾ ਹੋਈਏ, ਉਹ ਪੰਕਤੀਆਂ ਸਾਡੇ ਤੇ ਵੀ ਟੁੱਕਦੀਆਂ ਨੇ। ਇਹ ਨਹੀਂ ਕਿ ਜੋਗੀ ਨੂੰ ਸਮਝਾ ਦਿੱਤਾ, ਕਾਜੀ ਨੂੰ ਸਮਝਾ ਦਿੱਤਾ, ਪੰਡਤ ਨੂੰ ਸਮਝਾ ਸੀ ਬੜੇ ਖੁਸ਼ ਹੋ ਗਏ। ਨਹੀਂ, ਅੱਜ ਜੇ ਜੋਗੀ ਨੂੰ ਸਤਿਗੁਰੂ ਕੋਈ ਸਿੱਖਿਆ ਦਿੰਦੇ ਨੇ, ਉਹ ਸਾਡੇ ਉੱਤੇ ਸਿੱਖਿਆ ਟੁੱਕਦੀ ਹੈ। ਕੋਈ ਜੋਗੀ ਤੇ ਦਰਬਾਰ ਵਿੱਚ ਬੈਠਾ ਕੋਈ ਨਹੀਂ, ਕੋਈ ਪੰਡਤ ਤੇ ਬੈਠਾ ਕੋਈ ਨਹੀਂ, ਕੋਈ ਮੁੱਲਾ ਤੇ ਕਾਜ਼ੀ ਬੈਠਾ ਕੋਈ ਨਹੀਂ। ਸਤਿਗੁਰੂ ਸਮਝਾਉਂਦੇ ਭਾਵੇਂ ਕਿਸੇ ਨੂੰ ਮੈਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਤੇ ਸੱਚ ਜਾਣਨਾ, ਜੇ ਖਾਸ ਕਰਕੇ ਸਤਿਗੁਰੂ ਦੇ ਸਨਮੁਖ ਆ ਕੇ ਤੇ ਬੰਦਾ ਆਪਣਾ ਆਪ ਕਦੀ ਛੁਪਾਈ ਨਹੀਂ ਸਕਦਾ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਨਾ ਅੱਜ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਆਖਿਆ ਕੀਤੀ 10 ਪੋਥੀਆਂ ਵਿੱਚ। ਇਹਨਾਂ ਨੂੰ ਦਰਪਣ ਆਖਿਆ। ਦਰਪਣ ਮਿਰਰ ਨੂੰ ਕਹਿੰਦੇ ਨੇ, ਸ਼ੀਸ਼ੇ ਨੂੰ ਕਹਿੰਦੇ ਨੇ। ਜਦੋਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਂਦੇ ਹੋ, ਸ਼ੀਸ਼ਾ ਜਿਹੜਾ ਸੱਚ ਬਿਆਨ ਕਰ ਦਿੰਦਾ ਹੈ, ਤੇਰੇ ਚਿਹਰੇ ਤੇ ਦਾਗ ਲੱਗਾ ਹੋਇਆ ਹੈ, ਤੇਰੇ ਚਿਹਰੇ ਤੇ ਕਲਖ ਲੱਗੀ ਹੋਈ ਹੈ, ਤੇਰੀ ਦਸਤਾਰ ਠੀਕ ਨਹੀਂ ਹੈ, ਤੇਰਾ ਚਿਹਰਾ ਠੀਕ ਨਹੀਂ ਹੈ, ਸਾਫ਼ ਕਰਕੇ ਜਾ। ਆਪਾਂ ਦਰਪਣ ਇਸੇ ਕਰਕੇ ਵੇਖਦੇ ਹਾਂ ਨਾ, ਤੇ ਆਪਣੀ ਸ਼ਕਲ ਨੂੰ ਸਵਾਰ ਲੈਂਦੇ ਹਾਂ। ਬਸ ਆਹੀ ਹੈ ਦਰਪਣ ਦਾ ਕੰਮ, ਤੇ ਇੰਨਾ ਹੀ ਹੈ। ਚੇਤੇ ਰੱਖਣਾ, ਸਤਿਗੁਰੂ ਗੁਰਦੇਵ ਪਿਤਾ ਦੀ ਦਰਪਣ ਦੀ ਨਿਆਈ ਨੇ, ਭਾਵੇਂ ਉਹ ਗੁਰੂ ਨਾਨਕ ਸਾਹਿਬ ਸਨ, ਭਾਵੇਂ ਉਹਨਾਂ ਤੋਂ ਲੈ ਕੇ ਦਸ਼ਮੇਸ਼ ਪਿਤਾ ਜੀ, ਭਾਵੇਂ ਅੱਜ ਉਹਨਾਂ ਦੀ ਬਾਣੀ ਭਗਤਾਂ ਦੀ ਬਾਣੀ, ਸਾਰੀ ਦਰਪਣ ਦੀ ਨਿਆਈ ਹੈ। ਤੁਸੀਂ ਬਾਣੀ ਜਦੋਂ ਸੁਣਦੇ ਹੋ ਨਾ, ਪੜ੍ਹਦੇ ਹੋ ਨਾ, ਆਪਾਂ ਮੇਰੇ ਵਰਗਾ ਭਾਵੇਂ ਵਿਚਾਰਵਾਨ ਵਿਚਾਰ ਕਰਦਾ ਏ, ਉਹਦੇ ਵਿੱਚੋਂ ਸਾਨੂੰ ਆਪਣਾ ਪ੍ਰਤਿਬਿੰਬ, ਆਪਣੀ ਪਰਛਾਈ, ਆਪਣੀ ਝਲਕ ਵਿਖਾਈ ਦਿੰਦੀ ਹੈ। ਮੇਰੇ ਪਾਤਸ਼ਾਹ, ਜੋ ਤੁਸੀਂ ਕਹਿੰਦੇ ਹੋ ਇਹ ਅਵਗੁਣ ਤੇ ਸਾਰੇ ਮੇਰੇ ਵਿੱਚ ਭਰੇ ਹੋਏ ਨੇ। ਆਪਣੇ ਆਪ ਨੂੰ ਵਿਖਾਵੇ ਦੇ ਤੌਰ ਤੇ ਕੋਸ਼ਿਸ਼ ਕੀਤੀ ਕਿ ਜਿਹੋ ਜੇ ਮੈਂ ਕਰਮ ਕਰਦਾ ਵਾਂ, ਅੰਦਰੋਂ ਬਾਹਰ ਪ੍ਰਗਟ ਨਾ ਹੋਣ। ਤੋਲੰਬੇ ਦੀ ਧਰਤੀ ਉੱਤੇ, ਜੋ ਪਾਕਿਸਤਾਨ ਵਿੱਚ ਹੈ, ਜ਼ਿਲ੍ਹਾ ਮੁਲਤਾਨ ਵਿੱਚ, ਜਦੋਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਜੀ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਨੇ, ਤੁਸੀਂ ਨਾਂ ਸੁਣਿਆ, ਸਿੱਖ ਜਗਤ ਅੰਦਰ ਬੜਾ ਮਸ਼ਹੂਰ ਹੈ। ਸਤਿਗੁਰਾਂ ਨੇ ਗੁਰਬਾਣੀ ਅੰਦਰ ਸੂਹੀ ਰਾਗ ਅੰਦਰ ਉਹ ਸ਼ਬਦ ਵੀ ਉਚਾਰਨ ਕੀਤਾ ਜਦੋਂ ਸਤਿਗੁਰੂ ਗੁਰਦੇਵ ਪਿਤਾ ਜੀ ਭਾਈ ਸੱਜਣ ਕੋਲ ਗਏ ਨੇ। ਹੁਣ ਆਪਾਂ ਭਾਈ ਸੱਜਣ ਆਖਾਂਗੇ, ਠੱਗ ਤੇ ਪਹਿਲਾਂ ਸੀ, ਜਦੋਂ ਗੁਰੂ ਸਾਹਿਬ ਨਾਲ ਮਿਲਾਪ ਨਹੀਂ ਸੀ ਹੋਇਆ। ਨਾਂ ਬੜਾ ਵਧੀਆ ਹੈ, ਸੱਜਣ, ਤੇ ਸੱਜਣ ਤੇ ਸੱਜਣਤਾਈ ਕਰਦੇ ਨੇ। ਉਹਦਾ ਭੇਖ ਵੀ ਬੜਾ ਵਧੀਆ ਸੀ, ਸ਼ੇਖਾਂ ਵਾਲਾ ਭੇਖ, ਪਹਿਰਾਵਾ ਵੀ ਬੜਾ ਵਧੀਆ ਸੀ। ਦੁਨੀਆ ਤੋਂ ਤੇ ਛੁਪਾ ਸਕਦਾ ਏ, ਦੁਨੀਆ ਕੋਲੋਂ ਤੇ ਲੁਕਾ ਸਕਦਾ ਏ। ਅੱਜ ਤੇ ਦਰਪਣ ਕੋਲ ਚਲੇ ਗਏ ਨੇ, ਅੱਜ ਤੇ ਮੇਰੇ ਗੁਰੂ ਸਾਹਿਬ ਜੀ ਚਲੇ ਗਏ ਨੇ ਭਾਈ ਮਰਦਾਨਾ ਦੇ ਨਾਲ ਲੈ ਕੇ। ਅੱਜ ਕਿੱਥੋਂ ਛੁਪਾਏਗਾ ਆਪਣਾ ਆਪ?
ਬੰਦੇ ਤੂੰ ਬੰਦੇ ਕੋਲੋਂ ਤੇ ਬੜਾ ਕੁਝ ਛੁਪਾ ਸਕਦਾ ਏ, ਪਰ ਚੇਤੇ ਰੱਖੀ ਆਪਣੇ ਗੁਰੂ ਦੇ ਪਿਤਾ ਕੋਲੋਂ, ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਕੋਲੋਂ ਕੋਈ ਤੇਰੇ ਕਰਮ ਛਿਪੇ ਨਹੀਂ ਰਹਿਣੇ। ਆਪਾਂ ਕੋਈ ਵੀ ਬੀਜ ਹੈ ਆਪਣੇ ਘਰ ਵਿੱਚ ਜਿੰਨਾ ਚਿਰ ਮਰਜ਼ੀ ਕਿਸੇ ਭਾਂਡੇ ਵਿੱਚ ਪਾ ਕੇ ਰੱਖਾਂਗੇ, ਛਿਪਿਆ ਹੋਇਆ ਨਹੀਂ ਪਤਾ ਲੱਗਦਾ। ਜਿਸ ਦਿਨ ਤੁਸੀਂ ਆਪਣੇ ਵਿਹੜੇ ਦੀ ਧਰਤੀ ਵਿੱਚ ਕੋਈ ਕੱਚੀ ਜਗ੍ਹਾ ਮਿੱਟੀ ਵਿੱਚ ਉਸ ਬੀਜ ਨੂੰ ਸੁੱਟ ਦਿੱਤਾ, ਕੁਝ ਦਿਨ ਬਾਅਦ ਉਹਦਾ ਅੰਕੁਰ ਬਾਹਰ ਨਿਕਲ ਆਉਣਾ ਹੈ, ਫਿਰ ਵੱਡਾ ਹੋਏਗਾ, ਉਹਨੂੰ ਫੁੱਲ ਵੀ ਲੱਗਣਗੇ, ਉਹਨੂੰ ਫਲ ਵੀ ਲੱਗਣਗੇ। ਪਹਿਲਾਂ ਤੇ ਅੰਦਰ ਪਿਆ ਸੀ, ਪਤਾ ਨਹੀਂ ਸੀ ਲੱਗਦਾ, ਹੁਣ ਸਭ ਨੂੰ ਪਤਾ ਲੱਗ ਗਿਆ ਇਹਨੇ ਆਪਣੇ ਆਪ ਬੀਜ ਬੀਜਿਆ ਹੈ। ਗੁਰਦੇਵ ਪਿਤਾ ਜੀ ਜਦੋਂ ਗਏ ਨੇ ਨਾ ਭਾਈ ਸੱਜਣ ਦੇ ਕੋਲ, ਸਤਿਗੁਰੂ ਗੁਰਦੇਵ ਪਿਤਾ ਜੀ ਨੇ ਉਹਦਾ ਜਦੋਂ ਹਾਵ ਭਾਵ ਵੇਖਿਆ, ਸਤਿਗੁਰੂ ਤੇ ਚਿਹਰਾ ਹੀ ਪੜ੍ਹ ਲੈਂਦੇ ਸਨ, ਇਹ ਕਰਦਾ ਕੀ ਹੈ, ਬਾਹਰੋਂ ਕੀ ਹੈ, ਅੰਦਰੋਂ ਕੀ ਹੈ। ਤੇ ਯਾਦ ਰੱਖਣਾ, ਅੱਜ ਵੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਉਹੀ ਮਹਾਨਤਾ ਹੈ, ਉਹੀ ਵਡਿਆਈ ਹੈ ਬਾਣੀ ਦੀ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਇਹ ਨਹੀਂ ਪਹਿਲਾਂ ਮਹੱਤਤਾ ਜ਼ਿਆਦਾ ਸੀ, ਅੱਜ ਘਟ ਗਈ ਹੈ। ਘਾਟ ਸਾਡੇ ਵਿੱਚ, ਗੁਰਬਾਣੀ ਵਿੱਚ ਕੋਈ ਨਹੀਂ। ਸਤਿਗੁਰੂ ਗੁਰਦੇਵ ਪਿਤਾ ਜੀ ਦੇ ਅੱਗੇ ਉਹਨੇ ਵੀ ਭੋਜਨ ਪਰੋਸਿਆ। ਉਹ ਕਰਦਾ ਕੀ ਸੀ, ਪਹਿਲਾਂ ਤੇ ਉਹਨੇ ਚੱਲਿਆ ਤੇ ਸਹੀ ਰਸਤੇ ਤੇ ਸੀ। ਕਈ ਮਨੁੱਖ ਚੱਲਦੇ ਸਹੀ ਰਸਤੇ ਤੇ ਨੇ, ਪਰ ਰਸਤੇ ਵਿੱਚ ਬੜੀਆਂ ਅੜਚਨਾਂ ਨੇ, ਬੜੀਆਂ ਔਖੀਆਂ ਘਾਟੀਆਂ ਨੇ। ਬੰਦਾ ਉੱਥੇ ਫਸ ਜਾਂਦਾ ਹੈ, ਉੱਥੇ ਰੁਕ ਜਾਂਦਾ ਹੈ। ਜਿਵੇਂ ਭਗਤ ਕਬੀਰ ਜੀ ਦਾ ਵੀ ਪਾਵਨ ਬਚਨ ਹੈ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਲਣ ਕੋ ਵਿਚੈ ਅਟਕੇ ਉਚੀਤ। ਚੱਲਿਆ ਤੇ ਹਰੀ ਨੂੰ ਮਿਲਣ ਵਾਸਤੇ, ਬਹੁਤੇ ਚੇਲੇ ਚਾਟੜੇ ਬਣਾ ਕੇ ਰਸਤੇ ਵਿੱਚ ਹੀ ਰੁਕ ਗਿਆ, ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ, ਆਪਣੇ ਆਪ ਨੂੰ ਗੁਰੂ ਹੀ ਸਮਝਣ ਲੱਗ ਪਿਆ। ਚੱਲਿਆ ਤੇ ਵਧੀਆ ਸੀ। ਇਸੇ ਤਰ੍ਹਾਂ ਭਾਈ ਸੱਜਣ ਜੀ ਵੀ ਜਿਹੜੇ ਨੇ ਤੁਰੇ ਤੇ ਵਧੀਆ ਰਸਤੇ ਸੇ ਤਨ, ਪਰ ਪਤਾ ਨਹੀਂ। ਚੇਤੇ ਰੱਖਣਾ, ਆਪਾਂ ਵੀ ਕਈ ਵਾਰੀ ਤੁਰਦੇ ਹਾਂ, ਪਤਾ ਨਹੀਂ ਕਿੱਥੇ ਪੈਰ ਤਿਲਕ ਜਾਏ, ਸਾਡਾ ਕੋਈ ਪਤਾ ਨਹੀਂ ਹੈ। ਤਿਲਕਣਬਾਜ਼ੀ ਬਹੁਤ ਹੈ ਸੰਸਾਰ ਵਿੱਚ, ਥਾਂ ਥਾਂ 'ਤੇ। ਜਿਵੇਂ ਜਿੱਥੇ ਬਾਥਰੂਮ ਦੇ ਵਿੱਚ ਪਾਣੀ ਰਹਿੰਦਾ ਨਾ, ਜੇ ਉਹਨੂੰ ਚੰਗੀ ਤਰ੍ਹਾਂ ਰਗੜ ਕੇ ਸਫਾਈ ਨਾ ਕਰੀਏ, ਉੱਥੇ ਜਾਲਾ ਜਿਹਾ ਜੰਮ ਜਾਂਦਾ ਹੈ। ਕਈ ਵਾਰੀ ਦਿਸਦਾ ਕੋਈ ਨਹੀਂ ਹੁੰਦਾ, ਤਿਲਕਣ ਬਹੁਤ ਹੁੰਦੀ ਹੈ। ਅਤੇ ਕਈ ਵਾਰੀ ਤੁਸੀਂ ਸੁਣਿਆ ਬਾਥਰੂਮਾਂ ਵਿੱਚ ਡਿੱਗ ਕੇ ਕਈ ਵਾਰੀ ਅਸੀਂ ਬਹੁਤ ਕੁਝ ਆਪਣੇ ਸਰੀਰ ਦਾ ਨੁਕਸਾਨ ਵੀ ਕਰਵਾ ਲੈਂਦੇ ਹਾਂ। ਤਿਲਕਣਬਾਜ਼ੀ ਬਹੁਤ ਹੈ। ਤਿਲਕ ਗਿਆ, ਚੱਲਿਆ ਵਧੀਆ ਰਸਤੇ ਸੇ, ਤਿਲਕ ਗਿਆ ਅੱਜ। ਅਤੇ ਜਦੋਂ ਸਤਿਗੁਰੂ ਨੇ ਵੇਖ ਲਿਆ, ਸਤਿਗੁਰੂ ਕਹਿੰਦੇ ਨੇ ਇਹਨੂੰ ਡਿੱਗੇ ਹੋਏ ਨੂੰ ਸੰਭਾਲਣਾ ਕਿ ਮੇਰੇ ਗੁਰਦੇਵ ਪਿਤਾ ਡਿੱਗਿਆਂ ਨੂੰ ਸੰਭਾਲਦੇ ਰਹੇ ਨੇ, ਕੁਰਾਈਆਂ ਨੂੰ ਸਿੱਧੇ ਰਸਤੇ ਪਾਉਂਦੇ ਰਹੇ ਨੇ। ਗੁਰਦੇਵ ਪਿਤਾ ਜੀ ਭੁੱਲੇ ਮਾਰਗ ਜਿਹਨੇ ਬਤਾਇਆ, ਗੁਰੂ ਅਰਜਨ ਦੇਵ ਪਿਤਾ ਦੇ ਬਚਨ ਐਸਾ ਗੁਰਬੜ ਭਾਗੀ ਪਾਇਆ। ਕੁਰਾਈਆਂ ਨੂੰ ਸਿੱਧੇ ਰਸਤੇ ਪਾ ਦੇਣਾ, ਇਹ ਮੇਰੇ ਗੁਰੂ ਦਾ ਕੰਮ ਹੈ। ਇਹ ਨਹੀਂ ਇਹ ਤੇ ਬੜਾ ਪਾਪੀ ਹੈ, ਇਹ ਤੇ ਬੜਾ ਇਸ ਤਰ੍ਹਾਂ ਹੈ, ਇਹ ਤੇ ਬੜਾ ਇਹਦੇ ਨੇੜੇ ਨਹੀਂ ਜਾਣਾ, ਇਹਦੇ ਕੋਲ ਨਹੀਂ ਜਾਣਾ। ਉਹਨਾਂ ਨੂੰ ਤੇ ਲੋੜ ਹੈ, ਰੋਗੀ ਨੂੰ ਲੋੜ ਹੈ ਨਾ, ਵੈਦ ਦੀ, ਡਾਕਟਰ ਦੀ। ਸਤਿਗੁਰੂ ਆਖਣਗੇ ਭਾਈ ਮਰਦਾਨਾ ਜੀ, ਇਹਨੇ ਸਾਡੇ ਅੱਗੇ ਭੋਜਨ ਰੱਖ ਦਿੱਤਾ ਹੈ, ਭੋਜਨ ਪਰੋਸ ਦਿੱਤਾ ਹੈ, ਪਰ ਆਪਾਂ ਜਿਸ ਕੰਮ ਵਾਸਤੇ ਆਏ ਹਾਂ ਨਾ, ਪਹਿਲਾਂ ਇਹਨੂੰ ਭੋਜਨ ਛਕਾਈਏ। ਆਪਾਂ ਇਹਦਾ ਭੋਜਨ ਤੇ ਆਪਾਂ ਵੇਖਾਂਗੇ ਛਕਣਾ ਕਿ ਨਹੀਂ ਛਕਣਾ, ਪਤਾ ਨਹੀਂ ਕੀ ਕੁਝ ਨੇ ਭੋਜਨ 'ਚ ਮਿਲਾਇਆ ਹੋਇਆ ਹੈ। ਸਤਿਗੁਰੂ ਸਮਝ ਗਏ ਸਨ ਨਾ ਕਿ ਲੋਕਾਂ ਨੂੰ ਠੱਗਦਾ ਇਹ ਧਰਮ ਦੇ ਨਾਂ 'ਤੇ ਵੱਖ-ਵੱਖ ਧਰਮਾਂ ਦੀਆਂ ਧਰਮਸ਼ਾਲਾ, ਹਿੰਦੂਆਂ ਵਾਸਤੇ ਵੱਖਰੀ, ਮੁਸਲਮਾਨਾਂ ਵਾਸਤੇ ਵੱਖਰੀ, ਜਿਵੇਂ ਜੀ ਉਹਨਾਂ ਦੇ ਪੂਜਾ ਦੇ ਨਾਲ ਨਾਲ ਸਥਾਨ ਵੀ ਬਣਾ ਦਿੱਤੇ। ਲੋਕ ਵੇਖਣ ਵਾਲੇ ਕਹਿੰਦੇ ਨੇ ਬੜਾ ਧਰਮੀ ਹੈ, ਜੇ ਵੇਖੇ ਕਰਮ ਕਮਾਉਂਦਾ ਤੇ ਵੇਖੇ ਫਲ। ਤੇ ਅੰਦਰ ਕਿਹੜੇ ਕਰਮ ਕਰਦਾ ਉਹ ਤੇ ਗੁਰੂ ਸਾਹਿਬ ਨੂੰ ਪਤਾ ਹੈ ਨਾ, ਸਾਡੇ ਕਰਮਾਂ ਬਾਰੇ ਵੀ ਪਤਾ ਹੈ। ਮੈਂ ਬੇਨਤੀ ਕਰਾਂ, ਤੇ ਸਤਿਗੁਰਾਂ ਨੇ ਫਿਰ ਸ਼ਬਦ ਉਚਾਰਨ ਕੀਤਾ ਸੀ, ਮੇਰੇ ਗੁਰਦੇਵ ਪਿਤਾ, ਜਿੱਥੇ ਸਤਿਗੁਰੂ ਆਪ ਬਾਣੀ ਪੜ੍ਹਨ ਵਾਲੇ ਹੋਣ, ਭਾਈ ਮਰਦਾਨੇ ਵਰਗਾ ਰਬਾਬੀ ਨਾਲ ਰਬਾਬ ਵਜਾ ਰਿਹਾ ਹੋਵੇ, ਅਤੇ ਉੱਥੋਂ ਦਾ ਵਾਤਾਵਰਨ ਕਿਹੋ ਜਿਹਾ ਬਣ ਜਾਂਦਾ ਹੋਵੇਗਾ, ਇਹ ਤੁਸੀਂ ਅੰਦਾਜ਼ਾ ਆਪ ਨਹੀਂ ਲਗਾ ਸਕਦੇ। ਸੂਹੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਉਜਲ ਕਹਿਗਾ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ 100 ਧੋਵਾਂ ਤਿਸ ਰਹਾਉ ਵਾਲਾ ਪਦੈ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦੇ ਸਨ। ਸੱਜਣਾ, ਉਹ ਜੇ ਤੂੰ ਨਾ ਤੇਰਾ ਘਰਦਿਆਂ ਨੇ ਸੱਜਣ ਰੱਖਿਆ ਤੇ ਕੰਮ ਠੱਗਾਂ ਵਾਲੇ ਨਾ ਕਰ, ਸੱਜਣ ਬਣ ਜਾ।
ਕਹਿੰਦੇ ਨੇ ਤੇਰੀ ਹਾਲਤ ਸਤਿਗੁਰੂ ਦੇ ਸਮਝਾਉਣ ਦਾ ਤਰੀਕਾ ਬੜਾ ਕਮਾਲ ਦਾ ਏ। ਪੰਕਤੀਆਂ ਆਪਣੇ ਆਪ ਤੇ ਢੁਕਾ ਕੇ ਸਮਝਾਉਂਦੇ ਦੂਜੇ ਨੂੰ ਨੇ। ਕਹਿੰਦੇ ਨੇ ਕਹੇ ਦਾ ਭਾਂਡਾ, ਹੁਣ ਤੇ ਖੈਰ ਕਾਂਸੀ ਦੇ ਬਰਤਨ ਨਾ ਸਾਡੇ ਘਰਾਂ ਵਿੱਚ ਵੀ ਅਲੋਪ ਹੋ ਗਏ। ਹੁਣ ਕਹਾਂ ਬਹੁਤ ਕੋਈ ਐਸਾ ਹੋਏਗਾ, ਨਹੀਂ ਤੇ ਪੁਰਾਤਨ ਜਿਹੜੇ ਬਜ਼ੁਰਗ ਬੈਠੇ ਨੂੰ ਪਤਾ ਹੈ ਘਰ ਵਿੱਚ ਕਹੇ ਦੀਆਂ ਬਾਟੀਆਂ, ਛੰਨੇ, ਥਾਲੀਆਂ, ਸਾਰਾ ਕੁਝ ਕਹੇ ਦੇ ਭਾਂਡੇ ਵਿੱਚ ਲਿਸ਼ਕਦਾ ਬੜਾ ਹੁੰਦਾ ਸੀ। ਭਾਂਡੇ ਭਾਵੇਂ ਹੋਰ ਵੀ ਲਿਸ਼ਕਦੇ ਨੇ, ਪਰ ਜੇ ਉਹਦੇ ਵਿੱਚ ਤੁਸੀਂ ਹੱਥ ਚੰਗੀ ਤਰ੍ਹਾਂ ਰਗੜੋ ਨਾ ਤੁਹਾਡੇ ਹੱਥ ਨੂੰ ਕਾਲਖ ਲੱਗ ਜਾਂਦੀ ਸੀ। ਵੇਖਣ ਨੂੰ ਬੜਾ ਲਿਸ਼ਕਵਾ ਹੁੰਦਾ ਸੀ, ਉਜਲ ਚਿੱਟੇ ਰੰਗ ਦਾ ਕਹਾਂ, ਚਿਲਕਣਾ ਬੜਾ ਚਿਲਕਦਾ ਚਮਕਦਾ ਹੈ। ਪਰ ਜੇ ਉਹਦੇ ਵਿੱਚ ਹੱਥ ਰਗੜੋ ਤੇ ਕਾਲਾ ਕਰ ਦਿੰਦਾ ਏ। ਧੋਤਿਆਂ ਜੂਠ ਨਾ ਉਤਰੇ, ਇਹ ਕਾਲਖ ਜਿੰਨੀ ਮਰਜ਼ੀ ਧੋਈ ਜਾਵੋ ਕੋਈ ਨਹੀਂ ਉਤਰਦੀ। ਜੇ 100 ਧੋਵਾਂ 100 ਵਾਰੀ ਧੋ ਲਾਂ ਭਾਵੇਂ ਮੈਂ। ਜਿਵੇਂ ਜਿਵੇਂ ਮੇਰੇ ਗੁਰਦੇਵ ਪਿਤਾ ਜੀ ਸ਼ਬਦ ਪੜ੍ਹਦੇ ਗਏ ਨਾ, ਵੇਖੋ ਗੁਰੂ ਅਰਜਨ ਦੇਵ ਪਿਤਾ ਜੀ ਦੇ ਪਾਵਨ ਬਚਨ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਸੱਜਣ ਨੇ ਜਦੋਂ ਸਤਿਗੁਰੂ ਆਏ ਹੋਣਗੇ ਨਾ ਭਾਈ ਮਰਦਾਨਾ ਜੀ ਸਮੇਤ, ਤੇ ਗੁਰਦੇਵ ਪਿਤਾ ਦੇ ਦੀਦਾਰ ਤੇ ਉਹਨੇ ਕੀਤੇ ਹੋਣਗੇ ਨਾ ਅੱਖਾਂ ਦੇ ਨਾਲ, ਜਿਹੜੇ ਬਾਹਰਲੀ ਸਰੀਰਕ ਦੀਦਾਰ ਨੇ। ਪਰ ਉਸ ਵੇਲੇ ਕੋਈ ਬਹੁਤਾ ਆਪਣੇ ਜੀਵਨ ਅੰਦਰ ਕੋਈ ਐਸਾ ਹਲੂਣਾ ਜਿਹਾ ਨਹੀਂ ਆਇਆ। ਜਦੋਂ ਸਤਿਗੁਰਾਂ ਨੂੰ ਕਮਰੇ 'ਚ ਬਿਠਾ ਦਿੱਤਾ ਹੈ, ਭੋਜਨ ਪਰੋਸ ਦਿੱਤਾ ਹੈ, ਵੇਟ ਕਰਦਾ ਹੈ, ਇੰਤਜ਼ਾਰ ਕਰ ਰਿਹਾ ਏ ਕਦੋਂ ਭੋਜਨ ਛਕਣ ਤੇ ਮੈਂ ਇਹਨਾਂ ਦਾ ਕੰਮ ਤਮਾਮ ਕਰਾਂ। ਇਹਨਾਂ ਨੇ ਭੇਖ ਹੀ ਬਣਾਇਆ, ਕੀ ਪਤਾ ਕਿੰਨਾ ਕੁ ਖਜ਼ਾਨਾ ਇਹਨਾਂ ਕੋਲੋਂ ਲੁੱਟ ਲਵਾਂਗਾ, ਬਸ ਇਹੀ ਕਰਦਾ ਸੀ। ਬੰਦਿਆਂ ਨੂੰ ਮਾਰ ਮੁਕਾ ਦੇਣਾ, ਸੁੱਟ ਦੇਣਾ, ਡੈੱਡ ਬਾਡੀਆਂ ਨੂੰ ਸੰਭਾਲ ਲੈਣੀਆਂ। ਤੇ ਪਰ ਸਤਿਗੁਰੂ ਤੇ ਅੱਜ ਆਤਮਿਕ ਤੌਰ 'ਤੇ ਮਰੇ ਹੋਏ ਨੂੰ ਨਵਾਂ ਜੀਵਨ ਦੇਣ ਆਏ ਨੇ। ਜਿਵੇਂ ਜਿਵੇਂ ਸਤਿਗੁਰੂ ਬਾਣੀ ਪੜ੍ਹਦੇ ਗਏ, ਜਦੋਂ ਸ਼ਬਦ ਖਤਮ ਹੋਇਆ ਨਾ, ਤੇ ਉਹੀ ਸੱਜਣ ਜਿਹੜਾ ਗੁਰੂ ਦੇ ਪਿਤਾ ਤੇ ਭਾਈ ਮਰਦਾਨੇ ਨੂੰ ਸਰੀਰਕ ਤੌਰ ਤੇ ਮਾਰਨ ਦੀਆਂ ਵਿਉਂਤਾਂ ਬਣਾ ਰਿਹਾ ਸੀ, ਗੁਰੂ ਦੇ ਚਰਨਾਂ ਤੇ ਢੱਠਾ ਪਿਆ, ਅੱਖਾਂ ਵਿੱਚੋਂ ਹੰਝੂ ਵਗਦੇ ਪਏ ਨੇ। ਮੇਰੇ ਮਾਲਕਾ, ਇਹ ਕੀ ਤੁਹਾਨੂੰ ਮੇਰੇ ਬਾਰੇ ਕਿਵੇਂ ਪਤਾ ਲੱਗ ਗਿਆ? ਹੋਰ ਤੇ ਕਿਸੇ ਨੂੰ ਪਤਾ ਕੋਈ ਨਹੀਂ, ਤੁਸੀਂ ਮੇਰੇ ਬਾਰੇ ਇੰਨੀ ਜਾਣਕਾਰੀ ਕਿਵੇਂ ਰੱਖਦੇ ਹੋ? ਕਿਰਪਾ ਕਰੋ, ਬਖਸ਼ ਲਿਓ। ਬੜੀਆਂ ਉਦਾਹਰਨਾਂ ਇਸ ਸ਼ਬਦ ਅੰਦਰ ਦਿੱਤੀਆਂ ਗੁਰਦੇਵ ਪਿਤਾ ਜੀ ਨੇ। ਕੋਠੇ ਮੰਡਪ ਮਾੜੀਆਂ, ਪਾਸੋਂ ਚਿਤਵੀਆਂ ਢੱਠੀਆਂ, ਕੰਮ ਨਾ ਆਮਣੀ ਵਿੱਚੋਂ ਸਕਣੀਆਂ। ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਨ, ਤੇ ਗੁਣ ਕੰਮ ਸੇ ਫਲ ਕੰਮ ਨਾ ਆਮਨੀ, ਤੇ ਗੁਣ ਮੈਂ ਤਨਹਨ। ਅੰਦਰਲੇ ਭਾਰ ਉਠਾਇਆ ਡੂੰਗਰ ਵਾਟ ਬਹੁਤ, ਅੱਖੀ ਲੋੜੀ ਨਾ ਲਗਾ ਹੋਂ ਚੜ ਲੰਘਾਂ ਕਿਤ। ਉਹ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ। ਇਹ ਤੇਰੀਆਂ ਚਤੁਰਾਈਆਂ ਇਹ ਕਿਹੜੇ ਕੰਮ ਆਉਣੀਆਂ ਨੇ? ਤੇ ਮੇਰੇ ਗੁਰਦੇਵ ਪਿਤਾ ਨੇ ਸ਼ਰਨ ਪਏ ਹੋਏ ਨੂੰ ਥਾਪੜਾ ਦਿੱਤਾ। ਜਦੋਂ ਢਹਿ ਪਿਆ, ਕੋਈ ਆ ਕੇ ਢਹਿ ਤੇ ਪਵੇ ਮੇਰੇ ਗੁਰੂ ਦੇ ਦਰ ਤੇ, ਮੇਰਾ ਗੁਰੂ ਤੈਨੂੰ ਗੱਲ ਨਾਲ ਲਾ ਲੈਂਦਾ। ਸਤਿਗੁਰੂ ਗੁਰਦੇਵ ਪਿਤਾ ਨੇ, ਸਤਿਗੁਰੂ ਦੀ ਐਸੀ ਰਹਿਮਤ ਹੋਈ। ਵੇਖੋ ਉਹ ਸੱਜਣ ਜਿਹਦੀਆਂ ਧਰਮਸ਼ਾਲਾਵਾਂ ਇੱਕ ਕਤਲਗਾਹ ਬਣ ਚੁੱਕੀਆਂ ਸਨ। ਵੇਖੋ ਕਤਲਗਾਹ ਵਾਲੀ ਥਾਂ ਤੇ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਨ ਸੋਵਾ, ਜਿੱਥੇ ਜਿੱਥੇ ਮੇਰੇ ਗੁਰੂ ਦੇ ਚਰਨ ਪਏ ਨੇ, ਉਹ ਕਤਲਗਾਹ ਨਹੀਂ ਰਹੀ, ਉੱਥੇ ਧਰਮਸ਼ਾਲ ਵਿੱਚ ਤਬਦੀਲ ਹੋ ਗਈ ਉਹ ਜਗ੍ਹਾ। ਉੱਥੇ ਲੋਕੀ ਪੂਜਣ ਲੱਗ ਪਏ, ਉੱਥੋਂ ਦੀ ਮਿੱਟੀ ਚੁੱਕ ਚੁੱਕ ਕੇ ਆਪਣੇ ਮੱਥੇ ਨੂੰ ਲਾਉਂਦੇ ਨੇ। ਜਿੱਥੇ ਮੇਰੇ ਗੁਰਦੇਵ ਪਿਤਾ ਜੀ ਦੇ ਚਰਨ ਪਏ, ਉਹ ਜਿਨ੍ਹਾਂ ਹਿਰਦਿਆਂ ਦੇ ਵਿੱਚ ਗੁਰੂ ਦੇ ਚਰਨ ਪੈ ਗਏ, ਸ਼ਬਦ ਰੂਪੀ ਚਰਨ ਵਸ ਗਏ, ਉਹਨਾਂ ਦਾ ਜੀਵਨ ਤੇ ਫਿਰ ਫਲੀਭੂਤ ਹੁੰਦਾ ਹੀ ਹੁੰਦਾ। ਪਰ ਸਤਿਗੁਰੂ ਇੱਥੇ ਇਹੀ ਸਮਝਾ ਰਹੇ ਨੇ। ਵੇਖੋ ਕਰਮ ਕਿਹੋ ਜਿਹੇ ਕਰਦਾ ਸੀ, ਸਤਿਗੁਰੂ ਸਾਹਮਣੇ ਛੁਪਾ ਕੇ ਨਹੀਂ ਰੱਖ ਸਕਿਆ, ਉਹ ਸਾਹਮਣੇ ਪ੍ਰਗਟ ਹੋ ਗਏ ਤੇ ਮੇਰੇ ਗੁਰਦੇਵ ਪਿਤਾ ਜੀ ਨੇ ਉਹਦੇ ਜੀਵਨ ਨੂੰ ਬਦਲ ਦਿੱਤਾ। ਸਤਿਗੁਰੂ ਧੰਨ ਗੁਰੂ ਰਾਮਦਾਸ ਪਿਤਾ ਜੀ ਇਸ ਪੌੜੀ ਅੰਦਰ ਇਹੀ ਸਿੱਖਿਆ ਦਿੰਦੇ ਨੇ। ਵੇਖੋ ਭਾਈ ਸੱਜਣ ਫਿਰ ਗੁਰੂ ਘਰ ਦਾ ਪ੍ਰਚਾਰਕ ਬਣਿਆ। ਗੁਰਮਤਿ ਦਾ ਪ੍ਰਚਾਰ ਜਿਹੜਾ ਲੋਕਾਂ ਨੂੰ ਮੌਤ ਦੇ ਘਾਟ ਉਤਾਰਦਾ ਸੀ, ਅੱਜ ਆਪ ਵੀ ਜਿਉਂਦਾ ਹੋ ਗਿਆ ਗੁਰੂ ਦੇ ਦਰ ਤੋਂ। ਉਹਨੇ ਨਵਾਂ ਜੀਵਨ ਪ੍ਰਾਪਤ ਹੋਇਆ ਏ ਤੇ ਦੂਜਿਆਂ ਨੂੰ ਵੀ ਆਤਮਿਕ ਜੀਵਨ ਦੀ ਦਾਤ ਪਿਆ ਵੰਡਦਾ ਗੁਰੂ ਕੀ ਬਾਣੀ ਰਾਹੀਂ, ਧੁਰ ਕੀ ਬਾਣੀ ਰਾਹੀਂ। ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ, ਜਿਹੋ ਜੇ ਬੰਦਾ ਕੋਈ ਕਰਮ ਕਰਦਾ ਹੈ ਨਾ, ਤੇਹੋ ਜੇ ਉਹਨੂੰ ਫਲ ਲੱਗਦੇ ਨੇ। ਇਹ ਆਪਾਂ ਅੱਜ ਜਿਹੜਾ ਮਹੀਨਾ ਚੱਲ ਰਿਹਾ ਇਹਦੇ ਵਿੱਚ ਹੀ ਪੜ੍ਹਿਆ ਸੀ ਨਾ, ਜੇਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਜੇਹਾ ਬੀਜੈ ਸੋ ਲੁਣੈ, ਇਸੇ ਹੀ 12ਵਾਂ ਬਾਣੀ, ਕਰਮਾਂ ਸੰਦੜਾ ਖੇਤ। ਇਹ ਸਰੀਰ ਖੇਤ ਹੈ, ਇਹਦੇ ਵਿੱਚ ਕਰਮ ਜਿਹੜੇ ਨੇ ਉਹ ਬੀਜ ਹੈ। ਯਾਦ ਰੱਖਣਾ,
ਕਦੋਂ ਉਹ ਕਰਮ ਰੂਪੀ ਬੀਜ ਪ੍ਰਫੁੱਲਤ ਹੋ ਜਾਣੇ ਨੇ ਜੋ ਆਪਾਂ ਕਰਮ ਕਰਦੇ ਹਾਂ ਕੀ ਪਤਾ ਹੈ। ਸਤਿਗੁਰੂ ਦੇ ਇਹਨਾਂ ਪਾਵਨ ਬਚਨ ਉਚਾਰਨ ਕਰਨ ਤੋਂ ਭਾਵ ਕੀ ਹੈ। ਸਤਿਗੁਰੂ ਸਾਡੇ ਸਾਹਮਣੇ ਸਾਨੂੰ ਸ਼ੀਸ਼ਾ ਦਰਪਣ ਵਿਖਾ ਰਹੇ ਨੇ। ਸਤਸੰਗੀ ਜਨੋ ਵੇਖਿਓ ਕਿ ਚੰਗੇ ਕਰਮ ਕਰਿਆ ਕਰੋ, ਚੰਗੇ ਕਰਮ ਕਰੋ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਉਹ ਮਤ ਸ਼ਰਮਿੰਦਾ ਥੀਮਹੀ ਸਾਈਂ ਦਾ ਦਰਬਾਰ। ਇੱਕ ਤੇ ਸਾਈਂ ਦਾ ਦਰਬਾਰ ਅਸੀਂ ਨਾ ਉਹ ਉੱਪਰ ਪਿਆ ਕਿਤੇ ਆਸੇ ਪਾਸੇ ਸਮਝੀ ਬੈਠੇ ਹਾਂ, ਪਰ ਯਾਦ ਰੱਖਣਾ ਇਹ ਸੰਸਾਰ ਵੀ ਸਾਈਂ ਦਾ ਦਰਬਾਰ ਜੇ। ਇੱਥੇ ਜੋ ਬੰਦਾ ਕੁਕਰਮ ਕਰਦਾ ਹੈ ਨਾ, ਕਿਸੇ ਦੇ ਸਾਹਮਣੇ ਅੱਖਾਂ ਚੁੱਕ ਕੇ ਵੇਖ ਵੀ ਨਹੀਂ ਸਕਦਾ ਜਦੋਂ ਐਸੇ ਕੁਕਰਮ ਕਰਦਾ ਹੈ। ਯਾਦ ਰੱਖਣਾ ਇਹਨੂੰ ਵੀ ਸਾਈਂ ਦਾ ਦਰਬਾਰ ਸਮਝੋ। ਇਹ ਜਗ ਸੱਚੇ ਕੀ ਕੋਠੜੀ ਹੈ, ਇਸੇ ਵਿੱਚ ਹੀ ਇਹਦਾ ਨਿਵਾਸ ਹੈ। ਗੁਰੂ ਅਰਜਨ ਦੇਵ ਪਿਤਾ ਜੀ ਦਾ ਇੱਕ ਬਚਨ ਆਉਂਦਾ ਸ੍ਰੀ ਰਾਗ ਅੰਦਰ, ਵੇਖੋ, ਹਉ ਗੁਸਾਈਂ ਦਾ ਪਹਿਲਵਾਨੜਾ, ਮੈਂ ਉਸ ਮਾਲਕ ਦਾ ਪਹਿਲਵਾਨ ਹਾਂ। ਮੈਂ ਗੁਰਮਿਲ ਉੱਚ ਦੁਮਾਲੜਾ, ਗੁਰੂ ਨੂੰ ਮਿਲ ਕੇ ਮੇਰਾ ਦੁਮਾਲੜਾ ਉੱਚਾ ਹੋ ਗਿਆ, ਮੇਰੀ ਝੰਡੀ ਫੜੀ ਹੋਈ। ਆਏ ਮੇਰੇ ਨਾਲ ਕੋਈ ਵਿਕਾਰ ਆ ਕੇ ਲੜਕੇ ਤੇ ਵੇਖ ਕੇ ਮੈਨੂੰ ਢਾਹ ਕੇ ਵਿਖਾਵੇ ਜਰਾ, ਕੋਈ ਵੀ ਆਵੇ। ਫਿਰ ਕਹਿੰਦੇ ਨੇ ਸਭ ਹੋਈ ਛਿੰਝ ਇਕੱਠੀਆ, ਦਈ ਬੈਠਾ ਵੇਖੈ ਆਪ ਜੀਓ। ਜਿਵੇਂ ਨਾ ਪਹਿਲਵਾਨਾਂ ਦੀ ਕੁਸ਼ਤੀ ਹੁੰਦੀ ਹੈ ਤੇ ਲੋਕੀ ਆਲੇ ਦੁਆਲੇ ਝੁਰਮਟ ਪਾ ਕੇ ਵੇਖਦੇ ਨੇ, ਉਹਨੂੰ ਛਿੰਝ ਕਹਿੰਦੇ ਨੇ। ਪਿੰਡਾਂ ਵਿੱਚ ਮੇਲੇ ਲੱਗਦੇ ਨੇ ਅੱਜ ਵੀ, ਉੱਥੇ ਇਹੋ ਜਿਹੀਆਂ ਕੁੜ ਦੌੜਾਂ ਹੁੰਦੀਆਂ ਨੇ, ਸਾਰਾ ਕੁਝ ਜਿੰਨੇ ਵੀ ਖੇਡਾਂ ਹੁੰਦੀਆਂ ਨੇ ਲੋਕੀ ਵੇਖਦੇ ਨੇ। ਇੱਥੇ ਵੀ ਸਭ ਹੋਈ ਛਿੰਝ ਇਕੱਠੀਆ, ਸਾਰੇ ਲੋਕੀ ਵੇਖਦੇ ਨੇ, ਫਿਰ ਉਹਨਾਂ ਦੇ ਵਿੱਚ ਬੈਠਾ ਪਰਮਾਤਮਾ ਦਈ ਬੈਠਾ ਵੇਖੈ ਆਪ ਜੀਓ। ਰੱਬ ਕੋਈ ਬਾਹਰ ਨਹੀਂ ਹੈ ਦੁਨੀਆ ਤੋਂ, ਜ਼ਰਰੇ ਜ਼ਰਰੇ ਵਿੱਚ ਹੈ, ਸਾਰੀਆਂ ਥਾਵਾਂ 'ਤੇ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਸਮਾਇਆ ਹੋਇਆ। ਇਸ ਕਰਕੇ ਗੁਰੂ ਕੇ ਪਿਆਰ ਵਾਲਿਓ, ਇਹ ਯਾਦ ਰੱਖਣਾ ਸਾਈਂ ਦਾ ਦਰਬਾਰ ਕਿਤੇ ਹੋਰ ਨਾ ਮਨ ਵਿੱਚ ਕੋਈ ਆਪਣੇ ਕੋਈ ਐਸੀ ਬਣਾ ਕੇ ਰੱਖਿਓ ਕੋਈ ਵੀ ਪਤਾ ਨਹੀਂ ਕਿਹੋ ਜਿਹਾ ਦਰਬਾਰ ਹੋਵੇਗਾ, ਕਿੱਥੇ ਸਜਿਆ ਹੋਵੇਗਾ। ਉਹ ਤੇ ਬਾਅਦ ਦੀਆਂ ਗੱਲਾਂ ਨੇ। ਮਰਨ ਤੋਂ ਬਾਅਦ ਕੋਈ ਐਸਾ ਮੰਨਿਆ ਜਾਂਦਾ ਹੈ, ਉਹ ਤੇ ਜਿਹੜਾ ਜਾਏਗਾ ਉਹਦਾ ਵਾਹ ਪਵੇਗਾ ਨਾ। ਬਾਕੀ ਤੁਸੀਂ ਇਸ ਸੰਸਾਰ ਨੂੰ ਵੀ ਉਹ ਨਿਰੰਕਾਰ ਦਾ ਦਰਬਾਰ ਸਮਝੀਏ ਆਪਾਂ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਸਾਰੀ ਧਰਤੀ ਨੂੰ ਧਰਮ ਦਾ ਕਰਕੇ ਹੈ। ਜੇ ਵੇਖੇ ਕਰਮ ਕਮਾਮ ਦਾ ਤੇ ਵੇਖੇ ਫਲ ਤੇ, ਜਿਹੋ ਜਿਹਾ ਮਨੁੱਖ ਕੋਈ ਕਰਮ ਕਰਦਾ ਤੇਹੋ ਜਿਹੇ। ਤੇ ਕਈ ਮਨੁੱਖ ਸਾਰੀ ਉਮਰ ਨਾ ਇਹੋ ਜਿਹੇ ਕਰਮ ਕਰਦੇ ਨੇ, ਨਾ ਕੁਝ ਆਪਣਾ ਸਵਾਰਦੇ ਨੇ। ਕਈ ਤੇ ਚਲੋ ਆਪਣਾ ਸਵਾਰ ਲੈਂਦੇ ਨੇ, ਮੈਂ ਕਹਿੰਦਾ ਫਿਰ ਵੀ ਕੋਈ ਤੇ ਠੀਕ ਹੈ, ਆਪਣਾ ਤੇ ਸਵਾਰਦੇ ਪਏ ਨੇ ਨਾ। ਗੁਰਬਾਣੀ ਅੰਦਰ ਕਿਹਾ ਗਿਆ ਆਪਾ ਸਵਾਰਨਾ ਜ਼ਰੂਰੀ ਹੈ। ਜੇ ਅਸੀਂ ਉਸ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ, ਇਹੋ ਜਿਹੇ ਕਰਮ ਕਰੀਏ ਕਿ ਆਪਾ ਸਵਰ ਜਾਏ। ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਖੋਏ ਰਹੇ, ਸਭ ਜਗ ਤੇਰਾ ਹੋਏ। ਆਪਾ ਸਵਾਰ ਪਹਿਲਾਂ, ਗੁਰਬਾਣੀ ਕਹਿੰਦੀ ਹੈ। ਕਈ ਤੇ ਆਪਾ ਵੀ ਨਹੀਂ ਸਵਾਰਦੇ, ਆਪਾ ਵਿਗਾੜਦੇ ਨੇ, ਆਪਣੇ ਚੰਗੇ ਕਰਮ ਨਹੀਂ ਕਰਦੇ, ਦੂਜਿਆਂ ਦੇ ਰਸਤੇ ਵਿੱਚ ਆ ਕੇ ਰੋੜਾ ਬਣ ਜਾਂਦੇ ਨੇ, ਦੂਜੇ ਦਾ ਕੰਮ ਵਿਗਾੜ ਦਿੰਦੇ ਨੇ। ਰੱਬ ਤੋਂ ਟੁੱਟੇ ਹੋਏ ਜਿਹੜੇ ਮਨੁੱਖ ਨੇ ਨਾ, ਉਹਨਾਂ ਦੀ ਬਿਰਤੀ ਇਹੋ ਜਿਹੀ ਹੁੰਦੀ ਹੈ, ਸੱਚ ਜਾਣਨਾ। ਤੇ ਜਿਹੜੇ ਰੱਬ ਨਾਲ ਜੁੜੇ ਨੇ, ਗੁਰਬਾਣੀ ਨਾਲ ਜੁੜੇ ਨੇ, ਉਹਨਾਂ ਤੇ ਗੁਰਬਾਣੀ ਇਹ ਪੜ੍ਹੀ ਹੋਈ ਹੈ, ਪਰ ਕਾ ਬੁਰਾ ਨ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਪਰਾਏ ਦਾ ਤੇ ਬੁਰਾ ਕਰਨ ਦੀ ਤੇ ਗੱਲ ਦੂਰ ਹੈ, ਚਿੱਤ ਵਿੱਚ ਵੀ ਨਾ ਆ ਜਾਵੇ ਮੈਂ ਪਰਾਏ ਦਾ ਬੁਰਾ ਕਰਨਾ ਹੈ। ਕਰਨਾ ਤੇ ਬਹੁਤ ਦੂਰ ਦੀ ਗੱਲ ਹੈ, ਖਿਆਲ ਵਿੱਚ ਵੀ ਨਾ ਆਵੇ, ਕਿਤੇ ਖਿਆਲ ਵੀ ਨਾ ਬਣ ਜਾਵੇ, ਵਿਚਾਰ ਵੀ ਨਾ ਆਵੇ ਮੈਂ ਫਲਾਣੇ ਦਾ ਬੁਰਾ ਕਰਨਾ ਹੈ ਨਾ। ਗੁਰਬਾਣੀ ਤੇ ਸਾਨੂੰ ਸਾਫ਼ ਸਿੱਖਿਆ ਦਿੰਦੀ ਹੈ। ਜਿਹੜਾ ਦੂਜੇ ਦਾ ਤੇ ਸਾਕਤ ਬੰਦਾ ਜਿਹੜਾ ਨਾ, ਸਤਿਗੁਰਾਂ ਨੇ ਗੁਰਬਾਣੀ ਅੰਦਰ ਸਮਝਾਇਆ, ਰੱਬ ਤੋਂ ਟੁੱਟੇ ਹੋਏ ਮਨੁੱਖ ਦੀ ਜਿਹੜੀ ਉਮਰ ਰੱਬ ਨੇ ਉਹਨੂੰ ਦਿੱਤੀ ਹੋਈ ਨਾ, ਜਿੰਨੇ ਸਵਾਸ ਦਿੱਤੇ ਨੇ ਸਾਰੇ ਅਜਾਈਂ ਗਵਾ ਦਿੰਦਾ। ਕਿਵੇਂ? ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਆ ਕਿਤੇ ਸਾਡੇ ਕਾਗਜ਼ਾਂ ਦੀ ਅਲਮਾਰੀ ਘਰ ਵਿੱਚ ਭਰੀ ਹੋਵੇ ਨਾ, ਕਿਤੇ ਕਿਤੇ ਖੁੱਲ੍ਹੀ ਰਹਿ ਜਾਵੇ ਜਾਂ ਕਿਤੋਂ ਰਸਤਾ ਚੂਹੇ ਨੂੰ ਮਿਲ ਜਾਏ ਨਾ, ਅਲਮਾਰੀ ਵਿੱਚ ਵੜ ਜਾਂਦਾ ਹੈ। ਚੂਹੇ ਦੀ ਖੁਰਾਕ ਕੋਈ ਨਹੀਂ ਕਾਗਜ਼, ਕੰਮ ਉਹ ਵੀ ਕਰ ਰਿਹਾ, ਸਾਰੀ ਰਾਤ ਲੱਗਾ ਰਹਿੰਦਾ। ਤੁਹਾਡੀਆਂ ਫਾਈਲਾਂ, ਤੁਹਾਡੇ ਕੀਮਤੀ ਕਾਗਜ਼, ਉਹਨੂੰ ਕੀ ਲੈਣਾ? ਕੁਤਰੀ ਤੁਰਿਆ ਜਾ ਰਿਹਾ, ਕੁਤਰ ਕੁਤਰ ਕੇ ਢੇਰ ਲਗਾ ਦਿੰਦਾ। ਆਪ ਵੀ ਨਹੀਂ ਕੁਝ ਕੰਮ ਲੱਗਾ ਹੋਇਆ, ਬਸ ਕਈ ਬੰਦੇ ਕੰਮ ਲੱਗੇ ਹੋਏ ਨੇ, ਕਈ ਵੇਖੋ ਤੂੰ ਦੁਨੀਆ ਅੰਦਰ ਕੰਮ ਲੱਗੇ ਹੋਏ ਨੇ, ਪਰ ਉਹ ਕੰਮ ਨਾਲ ਨਾ ਆਪਾ ਸਗੋਂ ਦੂਜਿਆਂ ਦਾ, ਆਪਣੀ ਸਿਹਤ ਦਾ ਵੀ ਨੁਕਸਾਨ ਕਰਦੇ ਨੇ।
ਹੁਣ ਨਸ਼ਿਆਂ ਦਾ ਸੇਵਨ ਕਰਨ ਵਾਲਾ ਕੋਈ ਵੀ ਮਨੁੱਖ, ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਕਿਸੇ ਧਰਮ ਦੇ ਨਾਲ ਸੰਬੰਧਿਤ ਹੋਵੇਗਾ, ਨਸ਼ਿਆਂ ਦਾ ਸੇਵਨ ਪੌਕਟ ਦਾ ਨੁਕਸਾਨ, ਮਨੀ ਦਾ ਨੁਕਸਾਨ, ਸਿਹਤ ਦਾ ਨੁਕਸਾਨ, ਘਰ ਵਿੱਚ ਕਲਾ ਕਲੇਸ਼, ਸਾਰਾ ਕੁਝ। ਰੱਬ ਤੋਂ ਟੁੱਟੇ ਹੋਏ ਬੰਦੇ ਇਹੋ ਜਿਹੇ ਕਰਮ ਕਰਦੇ ਨੇ ਨਾ, ਤੇ ਫਿਰ ਸਮਾਂ ਪਾ ਕੇ ਸਰੀਰ ਨਿਢਾਲ ਹੋ ਕੇ ਕਈ ਬਿਮਾਰੀਆਂ ਘੇਰਾ ਪਾ ਲੈਂਦੀਆਂ ਨੇ, ਮੰਜੇ ਤੇ ਲੇਟ ਜਾਂਦਾ ਹੈ, ਫਿਰ ਜਾ ਕੇ ਡਾਕਟਰਾਂ ਕੋਲ ਧੱਕੇ ਖਾਂਦਾ ਫਿਰਦਾ ਹੈ। ਅਖੀਰ ਕੀ ਹੁੰਦਾ? ਫਿਰ ਮਰਨਾ ਭਾਵੇਂ ਸਭ ਨਹੀਂ ਹੈ, ਪਰ ਉਹਦੀ ਮੌਤ ਜਿਹੜਾ ਦੂਜਿਆਂ ਨਾਲੋਂ ਵੱਖਰੀ ਹੁੰਦੀ ਹੈ ਇਹੋ ਜਿਹੇ ਬੰਦੇ ਦੀ। ਸਾਕਤ ਦੀ ਗੱਲ ਕੀਤੀ ਗੁਰਦੇਵ ਪਿਤਾ ਨੇ, ਸਾਕਤ ਕੀ ਆਵਰਦਾ ਜਾਏ ਬਿਰਥਾਰੀ, ਜੈਸੇ ਕਾਗਦ ਕੇ ਘਾਰ ਭਾਰ, ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ। ਕਾਗਜ਼ਾਂ ਦੀਆਂ ਪੰਨਾਂ ਟੁਕ ਟੁਕ ਕੇ ਰੱਖ ਦਿੱਤੀਆਂ, ਪਰ ਕਿਸੇ ਕੰਮ ਨਾ ਆਈਆਂ। ਜੂਦੇ ਦਾ ਨੁਕਸਾਨ, ਕਈ ਦੂਜਿਆਂ ਦਾ ਨੁਕਸਾਨ ਕਰਕੇ ਬੜੇ ਖੁਸ਼ ਹੁੰਦੇ ਨੇ, ਮੈਂ ਤੇ ਬੜਾ ਹੈਰਾਨ ਹੁੰਦਾ। ਬੁਰੇ ਦਾ, ਪਰਾਏ ਦਾ ਬੁਰਾ ਕਿਉਂ, ਕਿਵੇਂ ਆਪਾਂ ਚਿਤਵ ਸਕਦੇ ਹਾਂ? ਤੁਸੀਂ ਅਰਦਾਸ ਵੀ ਕਿਸੇ ਪਰਾਏ ਮਨੁੱਖ, ਕੋਈ ਵੀ ਹੋਵੇ, ਦੂਜੇ ਧਰਮ ਵਾਲਾ ਕੋਈ ਵੀ ਹੋਵੇ, ਤੁਸੀਂ ਕਿਵੇਂ ਕਿਸੇ ਦੇ ਬਾਰੇ ਮੰਦੀ ਆਪਣੀ ਭਾਵਨਾ ਲੈ ਕੇ ਅਰਦਾਸ ਕਰ ਸਕਦੇ ਹੋ? ਕਿਉਂਕਿ ਤੁਹਾਡੀ ਅਰਦਾਸ ਤਦ ਤੱਕ ਸੰਪੂਰਨ ਨਹੀਂ ਹੁੰਦੀ, ਭਾਵੇਂ ਸੰਖੇਪ ਵਿੱਚ ਕਰੋ, ਪੂਰੀ ਅਰਦਾਸ ਕਰੋ। ਸੰਗਤੀ ਜਿਨ੍ਹਾਂ ਚ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਕੀਰਤ ਦੇ ਕਹਿਣਾ ਪੈਣਾ। ਪਹਿਲਾਂ ਕਿਵੇਂ ਪਰਾਏ ਦਾ ਬੁਰਾ ਤੂੰ ਮੰਗ ਸਕੇਗਾ? ਨਹੀਂ ਮੰਗ ਸਕਦਾ। ਇਹ ਸਿਧਾਂਤ ਹੈ ਗੁਰਮਤਿ ਦਾ। ਸਤਿਗੁਰੂ ਜੀ ਕਹਿੰਦੇ ਨੇ, ਜਿਹੋ ਜਿਹੇ ਕੋਈ ਬੰਦੇ ਕਰਮ ਜਿਹੋ ਜਿਹੇ ਕਰਦਾ ਹੈ ਨਾ, ਸਮਾਂ ਪਾ ਕੇ ਉਹ ਫਲੀਭੂਤ ਹੁੰਦੇ ਨੇ, ਉਹਨੂੰ ਫਲ ਉਹੋ ਜਿਹੇ ਲੱਗਦੇ ਨੇ। ਇਸੇ ਕਰਕੇ ਜੇ ਆਪਾਂ ਚਾਹੁੰਦੇ ਹਾਂ ਚੰਗਾ, ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਏ। ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ, ਕਰਮ ਚੰਗੇ ਕਰੀ, ਪਰ ਆਪਣੇ ਆਪ ਨੂੰ ਨੀਵਾਂ ਸਮਝੀ, ਹੰਕਾਰ ਵਿੱਚ ਨਾ ਆਈ ਚੰਗੇ ਕਰਮ ਕਰਕੇ। ਕਰਮ ਚੰਗੇ ਕਰੋ, ਨੀਅਤ ਸਾਫ਼ ਹੋਵੇ, ਨਿਮਰਤਾ ਨਾਲ ਕਰਾਂਗੇ ਤੇ ਫਿਰ ਉਹ ਕਰਮ ਸਾਡੇ ਜੀਵਨ ਨੂੰ ਬਦਲ ਦੇਣਗੇ। ਸਤਿਗੁਰੂ ਜੀ ਫਰਮਾਨ ਕਰਦੇ ਨੇ ਅੱਗੇ, ਚੱਬੇ ਤੱਤਾ ਲੋਹ ਸਾਰ ਵਿੱਚ ਸੰਘੈ ਪਲਤੇ। ਜੇ ਕੋਈ ਮਨੁੱਖ ਤੱਤਾ ਲੋਹ ਸਾਰ ਸ਼ਬਦ ਭਾਈ ਕਾਨ੍ਹ ਸਿੰਘ ਜੀ ਨੇ ਮਹਾਨ ਕੋਸ਼ ਅੰਦਰ ਇਕੱਠਾ, ਵੈਸੇ ਲੋਹ ਦਾ ਅਰਥ ਵੀ ਲੋਹਾ ਹੈ ਤੇ ਸਾਰ ਦਾ ਅਰਥ ਵੀ ਗੁਰਬਾਣੀ ਵਿੱਚ ਕਈ ਥਾਵਾਂ ਤੇ ਨਾ ਕੱਲਾ ਸ਼ਬਦ ਆਇਆ, ਸਾਰ ਲੋਹੇ ਵਾਸਤੇ ਆਇਆ। ਵੈਸੇ ਸਾਰ ਦਾ ਅਰਥ ਉੱਤਮ ਵੀ ਹੈ, ਸ੍ਰੇਸ਼ਟ ਵੀ ਹੈ। ਸਾਰ ਦਾ ਅਰਥ ਸੰਭਾਲ ਕਰਨਾ ਵੀ ਹੈ, ਪਰ ਕਰਨ ਅਨੁਸਾਰ ਜਦੋਂ ਇਹ ਸ਼ਬਦ ਆਉਂਦਾ। ਨਾਨਕ, ਤੂੰ ਜਪਜੀ ਸਾਹਿਬ ਜੀ ਦੀ ਮੇਰੇ ਕੋਲ 37ਵੀਂ ਪੌੜੀ ਹੈ ਨਾ, ਨਾਨਕ ਕਥਨਾ ਕਰੜਾ ਸਾਰ, ਪਰਮਾਤਮਾ ਦੇ ਬਾਰੇ ਕੁਝ ਬਿਆਨ ਕਰਨਾ, ਉਹ ਸੱਚਖੰਡ ਵਾਲੀ ਅਵਸਥਾ ਦੇ ਬਾਰੇ ਕੁਝ ਬਿਆਨ ਕਰਨਾ, ਉਹ ਤੇ ਇੰਜ ਹੈ ਜਿਵੇਂ ਲੋਹਾ ਚੱਬਣ ਦੇ ਤੁਲ। ਸਿੱਧ ਗੋਸ਼ਟ ਬਾਣੀ ਅੰਦਰ ਵੀ, ਮੈਨ ਕੇ ਦੰਤ ਕਿਉਂ ਖਾਈਐ ਸਾਰ, ਮੋਮ ਦੇ ਦੰਦ ਹੋਣ, ਉਹ ਇਹਨਾਂ ਜਿਹੜੇ ਹੱਡੀ ਦੇ ਦੰਦ ਨੇ ਇਹਨਾਂ ਨਾਲ ਨਹੀਂ ਚੱਬਿਆ ਜਾਂਦਾ ਲੋਹਾ, ਤੇ ਤੂੰ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬ ਲਵੇਂਗਾ? ਮੈਨ ਕੇ ਦੰਤ ਕਿਉਂ ਖਾਈਐ ਸਾਰ। ਇੱਥੇ ਲੋਹ ਸਾਰ ਦਾ ਅਰਥ ਹੈ ਚੰਗਾ ਲੋਹਾ, ਵਧੀਆ ਲੋਹਾ, ਫੌਲਾਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਕਹਿੰਦੇ ਨੇ ਜੇ ਕੋਈ ਤੱਤਾ ਲੋਹਾ ਆਪਣੇ ਮੂੰਹ ਵਿੱਚ ਪਾਵੇਗਾ, ਸੰਘੇ ਦਾ ਅਰਥ ਹੈ ਗਲ ਵਿੱਚ, ਗਲ ਵਿੱਚ ਪਲਤੇ ਦਾ ਅਰਥ ਹੈ ਉਹਨੂੰ ਚੁੱਭੇਗਾ, ਉਹਨੂੰ ਸਾੜ ਪਵੇਗਾ, ਉਹਨੂੰ ਗਰਮ ਲੱਗੇਗਾ ਨਾ। ਹੁਣ ਤੱਤਾ ਲੋਹਾ ਚੱਬੇਗਾ, ਤੇ ਜੇ ਕੋਈ ਆਖੇ ਨਹੀਂ ਜੀ ਇਹ ਕੁਝ ਨਹੀਂ ਮੇਰਾ ਵਿਗਾੜ ਸਕਦਾ, ਇਹ ਕਿਵੇਂ ਹੋ ਸਕਦਾ ਹੈ? ਗੁਰੂ ਕੇ ਪਿਆਰ ਵਾਲਿਓ, ਇਹ ਚੇਤੇ ਰੱਖਣਾ, ਜਿਹੋ ਜੇ ਆਪਾਂ ਕਰਮ ਕਰਾਂਗੇ ਇਹੋ ਜਿਹਾ ਫਲ ਭੋਗਣ ਵਾਸਤੇ ਆਪਣੇ ਆਪ ਨੂੰ ਤਿਆਰ ਤੁਹਾਨੂੰ ਰੱਖਣਾ ਪਵੇਗਾ। ਕਈ ਵਾਰੀ ਬੰਦਾ ਨਾ ਕਰਮ ਇਹੋ ਜਿਹੇ ਕਰ ਦਿੰਦਾ, ਫਿਰ ਭੁੱਲ ਜਾਂਦਾ ਹੈ, ਤੇ ਜਦੋਂ ਉਹਨੂੰ ਫਲ ਮਿਲਦਾ ਫਿਰ ਉਹ ਕਹਿੰਦਾ ਹੈ ਕਈ ਵਾਰੀ, ਪਤਾ ਨਹੀਂ ਕਿਹੜਾ ਮੇਰੇ ਤੋਂ ਕੋਈ ਮਾੜਾ ਕਰਮ ਹੋ ਗਿਆ ਜਿਹੜਾ ਇਹ ਫਲ ਮੈਨੂੰ ਭੁਗਤਣਾ ਪਿਆ, ਐਸਾ ਕਹਿ ਦਿੰਦਾ। ਭੁੱਲ ਜਾਂਦਾ ਨਾ ਬੰਦਾ ਬੀਜ ਕੇ, ਕਰਮ ਬੀਜ ਕੇ ਧਰਤੀ ਸਰੀਰ ਰੂਪੀ ਧਰਤੀ ਦੇ ਅੰਦਰ। ਇਸ ਕਰਕੇ ਮੇਰੇ ਮਾਲਕ ਨੇ ਇਹ ਜੋ ਮਨੁੱਖਾ ਸਰੀਰ ਸਾਨੂੰ ਦਿੱਤਾ, ਗੁਰੂ ਕੇ ਪਿਆਰ ਵਾਲਿਓ, ਚੰਗੇ ਕਰਮ ਕਰਿਆ ਕਰੀਏ। ਆਪਾਂ ਗੁਰੂ ਕੋਲੋਂ ਇਹੀ ਤੇ ਪ੍ਰੇਰਨਾ ਆ ਕੇ ਲੈਣੀ ਹੈ। ਗੁਰਦੇਵ ਪਿਤਾ ਸਾਡੇ ਪ੍ਰੇਰਨਾ ਸਰੋਤ ਨੇ। ਇੱਥੋਂ ਰੋਜ਼ ਸਿੱਖ ਆ ਕੇ ਇਸੇ ਕਰਕੇ ਗੁਰੂ ਦੇ ਦਰ 'ਤੇ ਆਉਂਦਾ ਹੈ ਕਿ ਗੁਰੂ ਦੇ ਦਰ ਤੋਂ ਮੈਨੂੰ ਚੰਗੀ ਪ੍ਰੇਰਨਾ ਮਿਲ ਸਕੇ। ਤੇ ਮੇਰੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਘੱਤ ਗੁਲਾਮਾਂ ਚਾਲਿਆ ਤਿੰਨ ਦੂਤ ਅਮਲ ਤੇ। ਤਿੰਨ ਦੂਤ ਦਾ ਅਰਥ ਹੈ ਤਿਸ। ਦੂਤ ਨੇ ਭਾਵ ਹੈ ਵਿਕਾਰ, ਕੋਈ ਵੀ ਵਿਕਾਰ ਦੀ ਗੱਲ ਕਰ ਲਈਏ, ਦੂਤ ਜਿਹੜੇ ਨੇ ਜਮਦੂਤ ਕਹਿ ਲਵੋ, ਵਿਕਾਰ ਕਹਿ ਲਵੋ। ਘੱਤ ਦਾ ਅਰਥ ਹੈ ਪਾ ਕੇ, ਗੁਲਾਮਾਂ ਮੈਨੇ ਗਲ ਵਾਲਾ ਰੱਸਾ। ਆਸਾ ਕੀ ਵਾਰ ਦੀ ਤੀਜੀ ਪੌੜੀ ਵਿੱਚ ਵੀ ਸਤਿਗੁਰਾਂ ਨੇ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ,
ਵੱਡਾ ਖੂਵਾ ਦੁਨੀਦਾਰ, ਗਲ ਸੰਗਲ ਘੱਟ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ, ਉਹ ਬਹਿਲੇਖਾ ਕਰ ਸਮਝਾਇਆ। ਥਾਉ ਨਾ ਉਹ ਵੀ ਪਾਉਂਦੇ ਹੀ, ਹੁਣ ਸੁਣੀਏ ਕਿਆ ਰਵਾਇਆ। ਮਨ ਅੰਧੇ ਜਨਮ ਗਵਾਇਆ। ਹੁਣ ਤੇ ਰੋ, ਹੁਣ ਤੇ ਜੋ ਤੈਨੂੰ ਫਲ ਮਿਲਣਾ ਹੈ। ਵਿਕਾਰ ਜਿਹੜੇ ਨੇ ਨਾ, ਯਾਦ ਰੱਖਣਾ, ਇਹ ਵਿਕਾਰ ਬਾਹਰੋਂ ਭਾਵੇਂ ਸਾਡੇ ਗਲ 'ਚ ਰੱਸਾ ਪਾਵੇ ਨਾ ਪਾਵੇ, ਵਿਕਾਰ ਗਲ ਵਿੱਚ ਰੱਸਾ ਪਾਈ ਫਿਰਦੇ ਨੇ। ਕਦੀ ਕਾਮ ਖਿੱਚ ਕੇ ਦੂਜੇ ਪਾਸੇ ਲੈ ਜਾਂਦਾ, ਕਦੀ ਕ੍ਰੋਧ ਆਉਂਦਾ ਦੂਜੇ ਪਾਸੇ, ਉਹ ਕਦੀ ਲੋਭ ਆ ਜਾਂਦਾ, ਕਦੀ ਮੋਹ ਆ ਜਾਂਦਾ, ਕਦੀ ਹੰਕਾਰ ਆ ਜਾਂਦਾ। ਇਹ ਸਾਰੇ ਜਮਦੂਤ ਤੇ ਹੈਗੇ ਨੇ, ਹੋਰ ਕੀ ਨੇ? ਇਹ ਘੱਟ ਨੇ ਕੋਈ ਜਮਦੂਤਾਂ ਤੋਂ? ਜੇ ਗੁਰੂ ਦੀ ਸ਼ਰਨ ਆ ਜਾਓਗੇ ਤੁਹਾਡੇ ਸੇਵਕ ਬਣ ਜਾਣਗੇ। ਜੇ ਨਹੀਂ ਸ਼ਰਨ 'ਚ ਆਓਗੇ ਤੁਹਾਨੂੰ ਫਿਰ ਇਹ ਆਪਣਾ ਸੇਵਕ ਬਣਾ ਕੇ ਰੱਖਣਗੇ। ਫਿਰ ਯਾਦ ਰੱਖਣਾ, ਜੇ ਤੁਸੀਂ ਗੁਰੂ ਦੀ ਸੇਵਕੀ ਪ੍ਰਵਾਨ ਨਾ ਕੀਤੀ ਤੇ ਵਿਕਾਰਾਂ ਦੇ ਦਾਸ ਬਣ ਕੇ ਤੁਹਾਨੂੰ ਜੀਵਨ ਬਤੀਤ ਕਰਨਾ ਪਵੇਗਾ, ਤੁਹਾਡੇ ਤੇ ਉਹ ਲਾਗੂ ਹੋਣਗੇ। ਅਮਲ ਤੇ ਦਾ ਅਰਥ ਹੈ ਨੇ, ਅਮਲ ਹੀ ਐਸੇ ਕੀਤੇ ਸਨ, ਕਰਮ ਹੀ ਐਸੇ ਕੀਤੇ ਸਨ ਇਸ ਨੇ। ਅਮਲ ਤੇ ਜਿਹੜੇ ਅਮਲ ਕੀਤੇ, ਉਸ ਕਾਰਨ ਇਹਦੇ ਗਲ ਵਿੱਚ ਉਹ ਰੱਸਾ ਪਾਇਆ ਗਿਆ। ਵਿਕਾਰਾਂ ਨੂੰ ਖਿੱਚੀ ਧੋਈ ਫਿਰਦੇ ਨੇ। ਆ ਜਿਹੜਾ ਬੰਦਾ ਕਿਤੇ ਨਾ ਕੋਈ ਭਾਵੇਂ ਟ੍ਰੇਨ ਵਿੱਚ ਜਾਂ ਹੋਰ ਕਿਤੇ ਕੋਈ ਐਸਾ ਕਰਮ ਕਰਦਾ, ਕਿਤੇ ਫੜਿਆ ਜਾ, ਵੇਖੋ ਦੀ ਕਿਵੇਂ ਖਿੱਚ ਤੋ ਹੁੰਦੀ ਹੈ। ਕੋਈ ਉਹਨੂੰ ਬਾਂਹ ਤੋਂ ਖਿੱਚਦਾ, ਕੋਈ ਲੱਤ ਤੋਂ ਖਿੱਚਦਾ, ਕੋਈ ਉਹਦੇ ਕੇਸ ਫੜ ਕੇ ਧੂਣ ਦਾ ਯਤਨ ਕਰਦਾ, ਕੋਈ ਕਿਵੇਂ ਜਿੱਧਰ ਆਉਂਦੀ ਹੈ ਕੋਈ ਨਹੀਂ ਵੇਖਦਾ, ਕਿੱਥੇ ਇਹਨੂੰ ਵੱਜਣੀ ਚਾਹੀਦੀ ਹੈ, ਮਾਰੀ ਜਾਂਦੇ ਨੇ ਵੀ ਇੱਕ ਇਹਨੂੰ ਸੋਧਾ ਲਾਓ, ਇੱਕ ਇਹਦੀ ਹਿੰਮਤ ਕਿਵੇਂ ਪਈ ਇਹ ਕਰਮ ਕਰਨ ਦੀ, ਕੁਕਰਮ ਕਰਨ ਦੀ। ਇਸੇ ਤਰ੍ਹਾਂ ਵਿਕਾਰ ਵੀ ਗਲਾਂ ਵਿੱਚ ਰੱਸਾ ਪਾਈ ਵਿੱਚ ਸਾਨੂੰ ਖਿੱਚੀ ਧੋਈ ਫਿਰਦੇ ਨੇ ਗੁਰੂ ਕੇ ਪਿਆਰ ਵਾਲਿਓ। ਇਸੇ ਕਰਕੇ ਕਿਉਂ ਉਹਨਾਂ ਨੇ ਗਲ ਵਿੱਚ ਰੱਸਾ ਪਾਇਆ? ਕਿਉਂਕਿ ਅਸੀਂ ਗੁਰੂ ਦਾ ਹੁਕਮ ਰੂਪੀ ਪਟਾ, ਹੁਕਮ ਰੂਪੀ ਰੱਸਾ ਆਪਣੇ ਗਲ ਵਿੱਚ ਪਵਾਇਆ ਹੀ ਕੋਈ ਨਹੀਂ, ਤੇ ਉਹਨਾਂ ਨੇ ਪਾਣਾ ਹੀ ਪਾਣਾ। ਫਿਰ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਖਮਾਰੇ ਜੇਵਰੀ ਜਾਂ ਖਿੰਚੈ ਤਾਂ ਜਾਉ। ਮੈਂ ਤੇ ਉਹਦੇ ਦਰ ਦਾ ਕੁੱਕਰ ਬਣ ਗਿਆ। ਉਹਨੇ ਮੇਰੇ, ਜਿਵੇਂ ਆਪਾਂ ਪਾਲਤੂ ਕੁੱਤਾ 'ਚ ਗਲੇ ਵਿੱਚ ਪਟਾ ਵੀ ਪਾਉਂਦੇ ਹਾਂ, ਰੱਸੀ ਵੀ ਪਾ ਕੇ ਬੰਨ੍ਹਦੇ ਵੀ ਹਾਂ, ਸਭ ਖੁਰਾਕ ਵੀ ਦਿੰਦੇ ਹਾਂ, ਉਹਦਾ ਧਿਆਨ ਵੀ ਬੜਾ ਰੱਖਦੇ, ਉਹਨੂੰ ਟੀਕੇ ਵੀ ਲਵਾਉਂਦੇ ਹਾਂ, ਸਭ ਕੁਝ ਕਰਦੇ ਹਾਂ, ਕਿਉਂਕਿ ਉਹ ਵਫਾਦਾਰ ਹੈ, ਇੱਕ ਦਾ ਬਣ ਕੇ ਰਹਿ ਰਿਹਾ। ਇਸ ਕਰਕੇ ਇੱਕ ਦਾ ਹੁਕਮ ਨੂੰ ਕੋਈ ਪਟਾ ਜਿਨ੍ਹਾਂ ਨੇ ਪਵਾ ਲਿਆ ਨਾ, ਫਿਰ ਉਹ ਕੀ ਮਜ਼ਾਲ ਹੈ ਕੋਈ ਹੋਰ ਵੀ ਉਹਨੂੰ ਆ ਕੇ, ਜਿਹੜਾ ਮਹੀਨਾ ਪਿੱਛੇ ਲੰਘਿਆ ਨਾ, ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ। ਉਹ ਜੇ ਸੱਜਣ ਦੇ ਲੜ ਲੱਗ ਜਾਵਾਂਗੇ, ਕੀ ਮਜ਼ਾਲ ਹੈ ਕੋਈ ਸਾਨੂੰ ਹੋਰ ਕੋਈ ਬੰਨ ਕੇ ਆਪਣੇ ਅੱਗੇ ਲਾ ਸਕੇ। ਕੋਈ ਰੱਸਾ ਨਹੀਂ ਪਾ ਸਕੇਗਾ ਆਪਣੇ ਕਿਸੇ ਪ੍ਰਕਾਰ ਦਾ, ਜੇ ਅਸੀਂ ਸਤਿਗੁਰ ਗੁਰਦੇਵ ਪਿਤਾ ਦਾ ਹੁਕਮ ਰੂਪੀ ਰੱਸਾ ਕਿਤੇ ਆਪਣੇ ਗਲ 'ਚ ਪਵਾ ਲਈਏ। ਕਾਈ ਆਸ ਨਾ ਪੁੰਨੀਆਂ ਨਿਤ ਪਰ ਮਲ ਹਿਰਤੇ। ਸਤਿਗੁਰ ਗੁਰਦੇਵ ਪਿਤਾ ਜੀ ਇੱਥੇ ਸਮਝਾ ਰਹੇ ਨੇ, ਨਿਤ ਪਰ ਮਲ ਹਿਰਤੇ ਦਾ ਨਿਤਾ ਪ੍ਰਤੀ, ਪਰ ਮੈਨੇ ਪਰਾਈ, ਮਲ ਦਾ ਅਰਥ ਹੈ ਮੈਲ। ਕਿਹੜੀ ਮੈਲ? ਭਾਵ ਉਹ ਨਿੰਦਾ ਕਰਕੇ ਸਦਾ ਪਰਾਏ ਪਾਪ ਆਪਣੇ ਸਿਰ 'ਤੇ ਲੈਂਦੇ ਰਹਿੰਦੇ ਨੇ, ਪਰ ਉਹਨਾਂ ਦੀ ਕੋਈ ਆਸ ਪੂਰੀ ਨਹੀਂ ਹੁੰਦੀ। ਮੈਂ ਜੇ ਨਿੰਦਿਆ, ਝੂਠੀ ਨਿੰਦਿਆ ਕਰਕੇ ਮੈਂ ਸਫਲ ਹੋ ਜਾਵਾਂਗਾ। ਹੋ ਸਕਦਾ ਹੈ ਕਿਤੇ ਹੋ ਵੀ ਜਾਵੇ ਥੋੜ੍ਹਾ ਬਹੁਤਾ, ਫਿਰ ਬਾਅਦ ਵਿੱਚੋਂ ਫਿਰ ਉਹਦੇ ਜਿਹੜੇ ਪਾਪ ਨੇ ਉਹ ਉਗੜ ਆਉਂਦੇ ਨੇ। ਫਿਰ ਸਤਿਗੁਰੂ ਨੇ ਅੱਗੇ ਕਿਰਪਾ ਕੀਤੀ, ਕੀਆ ਨਾ ਜਾਣੇ ਅਕਿਰਤ ਘਣ ਵਿੱਚ ਜੋਨੀ ਫਿਰਤੇ। ਅਕਿਰਤ ਘਣ ਦਾ ਅਰਥ ਹੈ ਅਹਿਸਾਨ ਫਰਾਮੋਸ਼। ਦੇਖੋ ਗੁਰੂ ਨੇ, ਪਰਮਾਤਮਾ ਨੇ ਸਾਡੇ 'ਤੇ ਕਿੰਨੇ ਪਰਉਪਕਾਰ ਆਪਾਂ ਗਿਣ ਨਹੀਂ ਸਕਦੇ, ਗਿਣਤੀ ਨਹੀਂ ਕਰ ਸਕਦੇ ਉਹਦੇ ਕੀਤੇ ਪਰਉਪਕਾਰਾਂ ਦੀ। ਸਭ ਤੋਂ ਵੱਡਾ ਪਰਉਪਕਾਰ ਤੇ ਸਾਨੂੰ ਮਨੁੱਖਾ ਦੇਹੀ ਦਿੱਤੀ ਉਹਨੇ। ਮਨੁੱਖਾ ਦੇਹੀ, ਇੱਥੇ ਆਪਾਂ ਸੰਗਤ 'ਚ ਬੈਠੇ ਹੋਏ ਆ ਨਾ, ਇੱਥੇ ਕੋਈ ਜਾਨਵਰ ਕੋਈ ਆ ਸਕਦਾ ਹੈ? ਕਿਸੇ ਨੂੰ ਆਉਣ ਦੇਵੋਗੇ ਤੁਸੀਂ? ਨਹੀਂ ਨਾ। ਭਾਵੇਂ ਉਹਨੇ ਬਣਾਏ ਨੇ ਬਾਕੀ ਸਾਰੇ, ਪਰ ਸਭ ਤੋਂ ਵੱਡੀ ਕਿਰਪਾ ਤੇ ਪਰਮਾਤਮਾ ਦੀ ਇਹ ਨਾ ਮਨੁੱਖਾ ਦੇ। ਤੇ ਜੇ ਅਸੀਂ ਉਹਦੇ ਕੀਤੇ ਇਸ ਪਰਉਪਕਾਰ ਨੂੰ, ਹੋਰ ਕੀਤੇ ਪਰਉਪਕਾਰਾਂ ਨੂੰ ਨਹੀਂ ਚੇਤੇ ਰੱਖਦੇ, ਫਿਰ ਕਹਿੰਦੇ ਨੇ ਉਹ ਬੰਦਾ ਅਕਿਰਤ ਘਣ ਹੈ। ਯਾਦ ਰੱਖਣਾ, ਉਹ ਧਰਤੀ ਤੇ ਵਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ। ਤੇ ਭਾਈ ਸਾਹਿਬ ਨੇ ਅਕਿਰਤ ਘਣ ਦੀ ਇੱਕ ਬੜੀ ਸੁੰਦਰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੀ ਪੌੜੀ ਵਿੱਚ ਜ਼ਿਕਰ ਕੀਤਾ। ਵੇਖੋ ਕਹਿੰਦੇ ਨੇ ਅਕਿਰਤ ਘਣ ਦੀ ਨਿਗਾਹ ਕਿੰਨੀ ਮਾੜੀ ਹੁੰਦੀ ਹੈ। ਮੰਦੀ ਚੀਜ਼ ਤੇ ਪੈ ਜੇ ਉਹਨੂੰ ਹੋਰ ਮੰਦਿਆਂ ਕਰ ਦਿੰਦੀ ਹੈ। ਇੱਕ ਦ੍ਰਿਸ਼ਟਾਂਤ ਦਿੱਤਾ, ਮਦ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ। ਕਿਸੇ ਵਿਚਾਰਨ ਇਸਤਰੀ ਨੇ ਕੁੱਤੇ ਦਾ ਮਾਸ ਸ਼ਰਾਬ ਵਿੱਚ ਰਿੰਨਿਆ, ਧਰਿਆ ਮਾਨਸ ਖੋਪੜੀ ਤਿਸ ਮੰਦੀ ਵਾਸ। ਮਰੇ ਹੋਏ ਮਨੁੱਖ ਦੀ ਖੋਪੜੀ ਵਿੱਚ ਧਰ ਲਿਆ, ਉਹ ਰੱਤੂ ਭਰਿਆ ਕੱਪੜਾ ਕਰਕੱਜਨ ਤਾਸ। ਉਸੇ ਕੁੱਤੇ ਦੇ ਖੂਨ ਨਾਲ ਰੰਗਿਆ ਉਹ ਭਿੱਜਿਆ ਹੋਇਆ ਕੱਪੜਾ ਉੱਤੇ ਮੱਖੀਆਂ ਭਿੰਨ ਭਿੰਨ ਕਰਦੀਆਂ ਨੇ।
रत्तू भरिया कपड़ा कर कज्जन तास, ढक लै चली चूड़ी कर भोग विलास। आख सुना के पुछया लाके विश्वास, आखन लगी नदरी पवै अकिरत घन मत होए विनाश। किते होर विनाश ना हो जाए, अकिरत घन की निगाह इन्नी माड़ी है, आपां अकिरत घन ना बनीए। सतगुरु के परोपकारां नूं चेते रखीए, ਉਹ संसार अपना जीवन जिउण दा यतन करिए। ਜਿਹੜਾ अकिरत घन है ਉਹਦੇ ਕੀਤੇ ਨੂੰ ਜਾਣਦਾ ਕੋਈ ਨਹੀਂ। इस तरह फिर वो सारे अकिरत घन ਜਿਹੜੇ ਵਿੱਚ ਜੋਨੀ ਫਿਰਤੇ ਜੋਨਾਂ ਦੇ ਵਿੱਚ ਫਿਰਦੇ ਨੇ, ਜਿਉਂਦਿਆਂ ਜੀ ਪਤਾ ਨਹੀਂ ਵੇਖਣ ਨੂੰ ਮਨੁੱਖ ਲੱਗਦੇ ਨੇ, ਪਰ ਕਈ ਜੂਨਾਂ ਕਦੀ ਕੁਝ ਬਣ ਜਾਂਦੇ ਨੇ, ਕਦੀ ਕੁਝ ਜੇ ਲਾਲਚ ਆ ਗਿਆ ਕੁੱਤੇ ਬਣ ਗਏ, ਕਾਮ ਆ ਗਿਆ ਹਾਥੀ ਬਣ ਗਏ। ਇਹੋ ਜਿਹੇ ਵਿਕਾਰ ਜਿਵੇਂ ਆਪਾਂ ਪਹਿਲਾਂ ਪੜ੍ਹਿਆ, ਇਹ ਜਿਹੜੇ ਮਾੜੇ ਕਰਮ ਉਹਨੂੰ ਭਟਕਾਈ ਫਿਰਦੇ ਨੇ। ਸਭੇ ਧਿਰਾਂ ਨਿਖੁੱਟੀਆਂ ਸਰ ਲਈ ਇਸ ਧਰਤੇ, ਜਿਨ੍ਹਾਂ ਨੂੰ ਨੇ ਧਿਰ ਬਣਾਇਆ ਹੋਇਆ ਸੀ ਨਾ, ਆਹ ਮੇਰਾ ਸਾਥ ਦੇਵੇਗਾ, ਆਹ ਵੀ ਸਾਥ ਦੇਵੇਗਾ, ਸਾਰੀਆਂ ਧਿਰਾਂ ਚਲੀਆਂ ਗਈਆਂ। ਗੁਰਬਾਣੀ ਤੇ ਨਹੀਂ, ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ, ਕੋਈ ਕਿਹਦੀ ਧਰ ਕੋਈ ਨਹੀਂ ਜੇ ਬਣਦਾ। ਇਹ ਚੇਤੇ ਰੱਖਿਓ, ਸਾਰੀਆਂ ਧਿਰਾਂ। ਇਸ ਕਰਕੇ ਅਸੀਂ ਵੀ ਵੱਖ-ਵੱਖ ਧੜਿਆਂ ਵਿੱਚ ਨਾ ਜੁੜੀਏ, ਧਰਮ ਨੂੰ ਆਪਣਾ ਧੜਾ ਬਣਾਈਏ, ਗੁਰੂ ਦੇ ਧੜੇ ਵੱਲ ਹੋ ਜਾਈਏ, ਧੜਿਆਂ ਵਿੱਚ ਨਾ ਪਈਏ। ਗੁਰੂ ਕੇ ਪਿਆਰ ਵਾਲਿਓ, ਕਿਸੇ ਧੜੇ ਨੇ ਸਾਥ ਨਹੀਂ, ਜਿਹਨੇ ਸੱਜ ਜਾਂਦੇ ਨੇ ਸਾਥ ਸਾਰੇ। ਇਸ ਕਰਕੇ ਗੁਰੂ ਹੈ ਜਿਹੜਾ, ਗੁਰੂ ਸਾਡਾ ਸਾਥ ਨਹੀਂ ਜੇ ਕਦੀ ਛੱਡਦਾ। ਸਾਰੀਆਂ ਧਿਰਾਂ ਜਿਹੜੀਆਂ ਨੇ ਉਹਦੇ ਸਾਰੇ ਤਾਨ ਮੁੱਕ ਜਾਂਦੇ ਨੇ, ਅਤੇ ਫਿਰ ਉਸ ਪ੍ਰਭੂ ਉਸ ਨੂੰ ਧਰਤੀ ਤੋਂ ਹਿਰ ਲਈ। ਇਸ ਧਰਤੀ ਦਾ ਮਤਲਬ ਧਰਤੀ ਤੋਂ ਚੁੱਕ ਲੈਂਦਾ ਹੈ। ਵਿਜਨ ਕਲਾ ਨਾ ਦੇਵੰਦਾ ਤਾਂ ਲਿਆ ਕਰਤੇ, ਜੋ ਜੋ ਕਰਤੇ ਅਹਮੇਵ ਝੜ ਧਰਤੀ ਪੜਤੇ। ਵਿਜਨ ਦਾ ਅਰਥ ਹੈ, ਆਪਾਂ ਕਹਿੰਦੇ ਕਿਸੇ ਚੀਜ਼ ਨੂੰ ਵਿੰਨ ਲੈਣਾ, ਇਹ ਵਿਜਦੀ ਨਹੀਂ ਪਈ ਮੇਰੇ ਤੋਂ। ਵਿਜਨ ਦਾ ਮਤਲਬ ਹੁੰਦਾ ਉਹਨੂੰ ਵਸ ਵਿੱਚ ਕਰ ਲੈਣਾ। ਵਿਜਨ ਦਾ ਅਰਥ ਹੈ ਸ਼ਾਂਤ। ਕਲਾ ਮੈਨੇ ਝਗੜਾ, ਕਹਿੰਦੇ ਨੇ ਕਈਆਂ ਬੰਦਿਆਂ ਦਾ ਕੰਮ ਝਗੜੇ ਪਾਉਣਾ ਹੀ ਹੈ। ਸੰਗਤ ਵਿੱਚ ਵੀ ਆ ਕੇ ਝਗੜੇ ਪਾਉਂਦੇ ਨੇ, ਘਰ ਵਿੱਚ ਵੀ ਝਗੜਾ, ਜਿੱਧਰ ਜਾਓ ਝਗੜੇ ਹੀ ਝਗੜੇ, ਜਿੱਧਰ ਜਾਂਦੇ ਨੇ ਝਗੜੇ ਹੀ ਝਗੜੇ, ਕਲਾ ਕਲੇਸ਼। ਅਤੇ ਸਤਿਗੁਰੂ ਕਹਿੰਦੇ ਨੇ ਵਿਜਨ ਉਹ ਝਗੜੇ ਨੂੰ ਸ਼ਾਂਤ ਨਹੀਂ ਹੋਣ ਦਿੰਦਾ, ਸਗੋਂ ਲੜਾਈ ਨੂੰ ਹੋਰ ਵਧਾਉਣ ਦਾ ਯਤਨ ਕਰਦਾ ਹੈ। ਵਿਜਨ ਮੁੱਕਣ ਨਹੀਂ ਦਿੰਦਾ, ਸ਼ਾਂਤ ਨਹੀਂ, ਕਲਾ ਨਾ ਦੇਵਦਾ, ਨਹੀਂ ਮੁੱਕਣ ਦਿੰਦਾ। ਝਗੜੇ ਨੂੰ ਖਤਮ ਤਾਂ ਲਿਆ ਕਰਤੇ। ਫਿਰ ਕਹਿੰਦੇ ਖਤਮ ਉਦੋਂ ਹੀ ਹੁੰਦਾ ਨਾ, ਮਾਲਕ ਉਹਨੂੰ ਖਤਮ ਕਰਦਾ ਹੈ, ਜਦੋਂ ਉਹਨੂੰ ਲੈ ਲੈਂਦਾ, ਪਰਮਾਤਮਾ ਉਹਨੂੰ ਚੁੱਕ ਲੈਂਦਾ ਹੈ। ਅਤੇ ਸਤਿਗੁਰੂ ਨੇ ਅਖੀਰਲੀ ਪੰਕਤੀ 'ਚ ਕਿਰਪਾ ਕੀਤੀ, ਜੋ ਜੋ ਕਰਤੇ ਅਹਮੇਵ। ਜਿਹੜੇ ਜਿਹੜੇ ਬੰਦੇ ਇਹੋ ਜਿਹੇ ਹੰਕਾਰ ਬਿਰਤੀ ਵਾਲੇ ਕਰਮ ਕਰਦੇ ਨੇ ਨਾ, ਸਤਿਗੁਰੂ ਗੁਰਦੇਵ ਪਿਤਾ ਕਹਿੰਦੇ ਨੇ ਉਹ ਢਹਿ ਕੇ ਝੜ, ਜਿਵੇਂ ਰੁੱਖ ਦੇ ਨਾਲੋਂ ਕੋਈ ਟਹਿਣੀ ਟੁੱਟ ਜਾਏ ਜਾਂ ਪੱਤਾ ਟੁੱਟ ਜਾਏ, ਫਲ ਟੁੱਟ ਜਾਏ, ਧਰਤੀ 'ਤੇ ਆ ਕੇ ਡਿੱਗੇਗਾ ਨਾ, ਅਤੇ ਉਹ ਵੀ ਢਹਿ ਕੇ ਧਰਤੀ ਉੱਤੇ ਆ ਕੇ ਡਿੱਗਦੇ ਨੇ। ਇਸ ਕਰਕੇ ਸਤਿਗੁਰੂ ਦੇ ਦਰ ਤੋਂ, ਇਸ ਪਾਵਨ ਪਵਿੱਤਰ ਪੌੜੀ ਤੋਂ ਆਪਾਂ ਇਹ ਸਿੱਖਿਆ ਲੈਣੀ ਹੈ, ਜਿਹੜੇ ਮਾੜੇ ਕਰਮ ਕਰਦੇ ਨੇ ਉਹਨਾਂ ਵਾਸਤੇ ਗੁਰੂ ਦੇ ਦਰ 'ਤੇ ਆਪਾਂ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਰਹਿਮਤ ਕਰ, ਬਖਸ਼ਿਸ਼ ਕਰ, ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਿਸ਼ ਕਰ, ਤਾਂ ਕਿ ਅਸੀਂ ਮਾੜੇ ਕਰਮਾਂ ਤੋਂ ਬਚ ਕੇ ਚੰਗੇ ਕਰਮ ਕਰ ਸਕੀਏ। ਹੰਕਾਰ ਵਾਲੀ ਬਿਰਤੀ ਸਾਡੇ ਵਿੱਚੋਂ ਖਤਮ ਕਰ ਦੇ। ਸੁਖੀ ਬਸੇ ਮਸਕੀਨੀਆ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਵੱਡੇ ਵੱਡੇ ਹੰਕਾਰੀਆਂ ਨੂੰ ਹੰਕਾਰ ਨੇ ਗਾਲ ਕੇ ਰੱਖ ਦਿੱਤਾ, ਸਾੜ ਕੇ ਰੱਖ ਦਿੱਤਾ। ਚੇਤੇ ਰੱਖਣਾ, ਇੱਥੇ ਬਿਲਕੁਲ ਹਰਜੂ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇਂ। ਪਰਮਾਤਮਾ ਨੂੰ ਹੰਕਾਰ ਬਿਲਕੁਲ ਨਹੀਂ ਚੰਗਾ ਲੱਗਦਾ। ਗੁਰੂ ਰਹਿਮਤ ਕਰੇ, ਗੁਰੂ ਬਖਸ਼ਿਸ਼ ਕਰੇ। ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਰਹਿਮਤ ਕਰਕੇ, ਬਖਸ਼ਿਸ਼ ਕਰਕੇ ਪੌੜੀ ਦੀ ਵਿਚਾਰ ਦੀ ਸੇਵਾ ਲਈ ਹੈ ਜੀ। ਵਿਚਾਰ ਕਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਮੇਰੀਆਂ ਜਾਣ ਕੇ ਖਿਮਾ ਕਰ ਦੇਣੀਆਂ। ਗੁਰਮਤਿ ਅਨੁਸਾਰ ਗੁਰੂ ਕਿਰਪਾ ਕਰੇ, ਕਹੇ ਬਚਨ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਣ। ਇਹ ਲੋਕ ਸੁਖੀਏ ਪਰਲੋਕ ਸੁਖੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।